ਅਗਰ ਮੈਂ ਗੱਲ ਕਰਾਂ ਕਿ ਸਾਡੀ ਐਜੂਕੇਸ਼ਨ ਪਾਲਿਸੀ ਦੀ ਜਿਹੜੀ ਅਸੀਂ ਫੋਲੋ ਕਰਦੇ ਆ ਰਹੇ ਸੀ ਸਾਡੀ ਏਜਸ ਦੇ ਵਿੱਚ ਅਸੀਂ 1986 ਵਾਲੀ ਫੋਲੋ ਕਰ ਰਹੇ ਸੀ ਔਰ ਰੀਸੈਂਟ ਚੇਂਜ ਜੋ ਐਜੂਕੇਸ਼ਨ ਦੇ ਵਿੱਚ ਆਇਆ ਉਹ 2020 ਦੇ ਵਿੱਚ ਆਇਆ ਨਿਊ ਐਜੂਕੇਸ਼ਨ ਪਾਲਿਸੀ ਦੇ ਫਾਰਮ 'ਚ 34 ਸਾਲ ਬਾਅਦ ਅਗਰ ਮੇਰੀ 100 ਰੁਪਏ ਇਨਕਮ ਹੈ ਮਹੀਨੇ ਦੀ ਐਜ਼ ਅ ਸੈਲਰੀ ਤਾਂ ਮੈਨੂੰ 50 ਰੁਪਏ ਇਨਵੈਸਟ ਕਰਨੇ ਚਾਹੀਦੇ ਨੇ ਮੇਰੀਆਂ ਬੇਸਿਕ ਨੀਡਸ ਦੇ ਉੱਤੇ। ਮੇਰਾ ਜਿਹੜਾ 30 ਰੁਪੀਸ ਵਾਲਾ ਪਾਰਟ ਹੈ ਅਗਲਾ ਉਹ ਪਾਰਟ ਮੇਰਾ ਜਾਣਾ ਚਾਹੀਦਾ ਵਾਂਟਸ ਦੇ ਵਿੱਚ। 20% ਤੁਹਾਡਾ ਪਾਰਟ ਨਾਨ ਨੈਗੋਸ਼ੀਏਬਲ ਪਾਰਟ ਹੈ ਜੋ ਕਿ ਕੋਰ ਇਨਵੈਸਟਮੈਂਟ 'ਚ ਜਾਣਾ ਚਾਹੀਦਾ ਹੈ। ਅੱਜ ਤੋਂ ਹੀ ਉਹ ਬੱਚਾ ਜੋ ਅਰਨਿੰਗ ਲੈਣਾ ਸ਼ੁਰੂ ਕਰ ਚੁੱਕਿਆ ਹੈ ਅਗਰ ਉਹ 20% ਦੇ ਮਾਈਂਡਸੈਟ ਦੇ ਨਾਲ ਇਸ ਤਰ੍ਹਾਂ ਅੱਗੇ ਵਧ ਰਿਹਾ ਹੈ ਬਹੁਤ ਬੜੀਆਂ ਜਰਨੀ ਹੈਂਡਲ ਕਰ ਸਕਦੇ ਬਹੁਤ ਜਲਦੀ ਫਾਈਨੈਂਸ਼ੀਅਲ ਫਰੀडम ਲੈ ਸਕਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੌਰਵ ਕੁਮਾਰ ਜੀ। ਯੈਸ ਸਰ। ਆਲਮੋਸਟ 20 ਸਾਲ ਹੋ ਚੁੱਕਿਆ ਤੁਹਾਨੂੰ ਪਰਸਨਲ ਫਾਈਨਾਂਸ ਦੇ ਵਿੱਚ ਗਾਈਡੈਂਸ ਦਿੰਦੇ ਹੋਏ ਜਾਂ ਫਿਰ ਕਈਆਂ ਲਈ ਹੈਲਪ ਕਰਦੇ ਹੋਏ। ਅੱਜ ਦੇ ਟਾਈਮ ਤੇ ਇੰਡੀਆ ਦੀ ਫਾਈਨੈਂਸ਼ੀਅਲ ਲਿਟਰੇਸੀ ਨੂੰ ਕਿੱਥੇ ਜੇ ਦੇਖਦੇ ਹੋ? ਬੇਸਿਕਲੀ ਅਗਰ ਆਪਾਂ ਗੱਲ ਕਰੀਏ ਇੰਡੀਅਨ ਫਾਈਨੈਂਸ਼ੀਅਲ ਲਿਟਰੇਸੀ ਨੂੰ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਵੀ ਆਰ ਨਾਟ ਐਟ ਅ ਗੁੱਡ ਨੰਬਰਸ। ਓਕੇ। ਅੱਜ ਦੀ ਡੇਟ ਦੇ ਵਿੱਚ ਐਜ਼ ਪਰ ਸੈਬੀ ਡੇਟਾ ਅਗਰ ਮੈਂ ਫਾਈਨੈਂਸ਼ੀਅਲ ਰਿਕਾਰਡਸ ਦੀ ਗੱਲ ਕਰਾਂ ਉਹਦੇ ਅਕੋਰਡਿੰਗ ਵੀ ਆਰ ਐਟ ਓਵਰਿੰਗ ਅਰਾਊਂਡ 34% ਜੋ ਕਿ ਐਕਸਪੈਕਟਡ ਹੈ ਜਾਂ ਐਸਪੀਰੇਸ਼ਨ ਹੈ ਗਵਰਨਮੈਂਟ ਦੀ ਕਿ ਅਸੀਂ ਇਹਨੂੰ 77% ਤੱਕ ਟੱਚ ਕਰੀਏ ਬਟ ਗਰਾਊਂਡ ਲੈਵਲ ਤੇ ਇਹਦੇ ਲਈ ਬਹੁਤ ਘੱਟ ਐਫਰਟਸ ਹੋ ਰਹੇ ਨੇ। ਜੇਕਰ ਆਪਾਂ ਇਹਨੂੰ ਕੰਪੈਰੀਜ਼ਨ ਕਰੀਏ ਕਿਸੇ ਕੰਟਰੀ ਨਾਲ ਲਾਈਕ USA ਵਗੈਰਾ ਤਾਂ ਉੱਥੇ ਲਿਟਰੇਸੀ ਰੇਟ ਕਿੰਨਾ ਕੁ ਹੈ? ਤਾਂ ਕਿ literacy rate is definitely above than the 77% ratio which we are aspiring ਅਸੀਂ ਜੋ ਕਰ ਰਹੇ ਹਾਂ aspire but ਬਹੁਤ ਲੰਬਾ ਰਸਤਾ ਹੈ ਜਾਣ 'ਚ ਟਾਈਮ ਲੱਗੇਗਾ। ਜੀ ਜੀ। ਤੁਹਾਡੀ ਬੈਕਗਰਾਊਂਡ ਕੁਆਲੀਫਿਕੇਸ਼ਨ ਕੀ ਰਹੀ ਹੈ ਤੇ ਤੁਸੀਂ ਪਰਸਨਲ ਫਾਈਨਾਂਸ ਮੈਨੇਜਮੈਂਟ ਜਾਂ ਕਿਉਂਕਿ ਮੈਥ ਦੇ ਨੰਬਰਾਂ ਤੋਂ ਅਕਸਰ ਲੋਕ ਮੈਂ ਭੱਜਦੇ ਦੇਖਿਆ ਇਹਦੇ ਵੱਲ ਤੁਸੀਂ ਕਿੱਦਾਂ ਆਏ? ਸੋ ਮੇਰੀ ਐਜੂਕੇਸ਼ਨ ਲਾਈਕ ਬੜੇ ਬੇਸਿਕ ਤਰੀਕੇ ਨਾਲ ਸ਼ੁਰੂ ਹੋਈ। I have schooling from ਪੰਜਾਬ ਬੋਰਡ ਸਕੂਲਸ ਬਟ ਸਟਿਲ ਗ੍ਰੈਜੂਅਲੀ ਜਦੋਂ ਮੈਂ ਲੋਕਾਂ 'ਚ ਵਿਚਰਨਾ ਸ਼ੁਰੂ ਕੀਤਾ ਤਾਂ ਆਪਣੇ ਆਪ ਨੂੰ ਸੋਚਿਆ ਕਿ ਇਹ ਚੇਂਜ ਜ਼ਰੂਰੀ ਹੈ। ਫਿਰ ਮੈਂ ਉਸ ਤਰ੍ਹਾਂ ਦੇ ਸਬਜੈਕਟ ਚੂਜ਼ ਕੀਤੇ ਜਿਹਨਾਂ ਸਬਜੈਕਟਸ ਕਰਕੇ ਮੈਂ ਅੱਜ ਸੋਚ ਪਾ ਰਿਹਾ ਕਿ ਮਤਲਬ ਜੋ ਅੱਜ ਦੀ ਨੀਡ ਹੈ ਉਸ ਨੂੰ ਮੈਂ ਰਿਲੇਟ ਕਰ ਪਾ ਰਿਹਾ। ਤਾਂ ਮੈਂ ਲੇਟੈਸਟ ਜਿਵੇਂ ਕੋਵਿਡ ਸੀਗਾ ਉਹ ਟਾਈਮ ਐਸਾ ਸੀਗਾ ਕਿ ਅਸੀਂ ਅਪਸਕਿਲ ਕਰ ਸਕਦੇ ਸੀ ਆਪਣੇ ਆਪ ਨੂੰ। ਆਈ ਗੋਟ ਦੈਟ ਐਜ਼ ਐਨ ਓਪਰਚੁਨਿਟੀ। ਫਿਰ ਮੈਂ ਵੈਲਿੰਕਰ ਇੰਸਟੀਟਿਊਟ ਮੁੰਬਈ ਤੋਂ ਬੈਂਕਿੰਗ ਇਨਵੈਸਟਮੈਂਟ ਐਂਡ ਫਾਈਨੈਂਸ ਦੇ ਵਿੱਚ ਲੱਕੀਲੀ ਡਿਸਟਿੰਕਸ਼ਨ ਹਾਸਿਲ ਕੀਤੀ। ਓਕੇ। ਐਂਡ ਫਾਈਨੈਂਸ ਉੱਥੇ ਇਸ ਤਰ੍ਹਾਂ ਮੇਰੇ ਮਾਈਂਡ 'ਚ ਟ੍ਰਿਗਰ ਹੋਇਆ ਕਿ ਮੈਨੂੰ ਇੱਦਾਂ ਲੱਗਦਾ ਕਿ ਲਾਈਕ ਫਾਈਨੈਂਸ ਜੋ ਹੈ ਨਾ ਐਂਡ IT ਸੈਕਟਰ ਜੋ ਹੈ ਇਹ ਤੋਂ ਬਿਨਾਂ ਮੇ ਵੀ ਕੋਈ ਕੰਟਰੀ ਚੱਲ ਸਕਦੀ ਹੋਵੇ ਹੈ ਨਾ। ਤਾਂ ਉਸ ਡੋਮੇਨ ਦੇ ਉੱਤੇ ਫਿਰ ਮੈਨੂੰ ਲੱਗਿਆ ਕਿ ਮੈਨੂੰ ਹੋਰ ਐਕਸਪਲੋਰ ਕਰਾਂ। ਸੋ ਵਿਦ ਗੁੱਡ ਸੈਟ ਆਫ ਪੀਪਲ ਜਿਨ੍ਹਾਂ 'ਚ ਮੇਰੀ ਕੰਪਨੀ ਸੀ ਮੈਂ ਮੰਨਦਾ ਕਿ ਨੈਟਵਰਕ ਇਜ਼ ਐਵਰੀਥਿੰਗ ਹੈ ਨਾ। ਤਾਂ ਉਸ ਕੇਸ 'ਚ ਉਹਨਾਂ ਨੇ ਮੈਨੂੰ ਇੰਸਪਾਇਰ ਕੀਤਾ ਕਿ ਲਾਈਕ ਯੂ ਸ਼ੁੱਡ ਲਰਨ ਸਮਥਿੰਗ ਮੋਰ ਜੋ ਕਿ ਸਪੈਸ਼ਲ ਹੈ ਜੋ ਲੋਕਾਂ ਦੀ ਨੀਡ ਨੂੰ ਪੂਰਾ ਕਰ ਸਕਦਾ ਹੈ ਜਾਂ ਇੱਕ ਨਵਾਂ ਉਹਨਾਂ ਦਾ ਡ੍ਰੀਮ ਅਚੀਵ ਕਰਾ ਸਕਦਾ ਹੈ। ਦੈਨ ਮੇਰੇ ਮਾਈਂਡ ਦੇ ਵਿੱਚ US ਦੀ ਤਰਫ ਤੋਂ ਇੱਕ ਸਰਟੀਫਿਕੇਸ਼ਨ ਆਈ ਜੋ ਕਿ ਗੋਲਡ ਸਟੈਂਡਰਡ ਕਹਿ ਸਕਦੇ ਉਹਨੂੰ CFP ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ। ਇਹਦੇ 'ਚ ਜ਼ਿਕਰਯੋਗ ਇਹ ਹੈ ਕਿ ਪੂਰੇ ਇੰਡੀਆ ਦੀ ਪਾਪੂਲੇਸ਼ਨ ਅਗਰ ਅਰਾਊਂਡ 150 ਕਰੋੜ ਹੈ ਬਿਲਕੁਲ ਜੀ ਤਾਂ ਦੇਰ ਆਰ ਓਨਲੀ 3000 ਲੋਕ ਜੋ ਪੂਰੇ ਇੰਡੀਆ 'ਚ ਐਜ਼ ਅ CFP ਨੇ ਓਨਲੀ। ਯੈਸ ਸਰ। ਓਕੇ। ਸੋ ਇਹ ਡੋਮੇਨ ਬੇਸਿਕਲੀ ਇਹੀ ਸਿਖਾਉਂਦਾ ਹੈ ਸਾਨੂੰ ਕਿ ਯੂ ਆਰ ਵਨ ਆਫ them ਥੈਂਕਫੁਲੀ। ਤੋ ਇਹ ਡੋਮੇਨ ਬੇਸਿਕਲੀ ਇਹੀ ਸਿਖਾਉਂਦਾ ਹੈ ਕਿ ਅਸੀਂ ਆਪਣਾ ਪਰਸਨਲ ਫਾਈਨੈਂਸ ਕਿੱਦਾਂ ਮੈਨੇਜ ਕਰਨਾ ਹੈ। ਜੋ ਫਾਈਨੈਂਸ ਦੇ ਵਿੱਚ ਅਸੀਂ ਕਿਸੇ ਦੇ ਇਨਫਲੂਐਂਸ 'ਚ ਆ ਕੇ ਜੋ ਗਲਤੀਆਂ ਕਰ ਜਾਂਦੇ ਹਾਂ ਬਾਅਦ ਦੇ ਵਿੱਚ ਜ਼ਾਹਿਰ ਹੁੰਦਾ ਹੈ ਉਹ ਮੈਂ ਕੋਸ਼ਿਸ਼ ਕਰ ਪਾਊਂਗਾ ਆਪਣੇ ਲਾਈਕ ਜੋ ਮੇਰੇ ਰਿਲੇਟਡ ਕਸਟਮਰਸ ਨੇ ਉਹਨਾਂ ਨੂੰ ਹੈਲਪ ਕਰ ਪਾਊਂਗਾ। ਵਾਟ ਇਜ਼ ਪਰਸਨਲ ਫਾਈਨਾਂਸ? ਮਤਲਬ ਮੈਂ ਚਾਹੁੰਦਾ ਬਹੁਤ ਹੀ ਸਿੰਪਲ ਵਰਡਸ ਦੇ ਵਿੱਚ ਜੇਕਰ ਸਮਝਾ ਪਾਓ। ਸੋ ਪਰਸਨਲ ਫਾਈਨੈਂਸ ਅਗਰ ਮੈਂ ਗੱਲ ਕਰਾਂ ਇੱਕ ਲੇਮਨ ਲੈਂਗੁਏਜ ਦੇ ਵਿੱਚ ਆਪਣੀ ਆਡੀਅנס ਲਈ ਤਾਂ ਪਰਸਨਲ ਫਾਈਨੈਂਸ ਸਿਰਫ ਤੁਹਾਡੀ ਪਾਕਟ ਨਾਲ ਰਿਲੇਟਡ ਹੈ। ਤੁਸੀਂ ਆਪਣੀ ਪਾਕਟ ਨੂੰ ਕਿਵੇਂ ਮੈਨੇਜ ਕਰ ਰਹੇ ਹੋ ਦਿਸ ਇਜ਼ ਪਰਸਨਲ ਫਾਈਨੈਂਸ। ਅਰਨਿੰਗ ਹਰ ਬੰਦਾ ਕਰ ਰਿਹਾ ਜੀ। ਅਰਨਿੰਗ ਤੋਂ ਬਾਅਦ ਸਪੈਂਡਿੰਗ ਕਿੱਦਾਂ ਕਰਨੀ ਹੈ, ਸਪੈਂਡਿੰਗ ਤੋਂ ਬਾਅਦ ਰਾਈਟ ਡਿਸੀਜਨ ਸੇਵਿੰਗ ਦੇ ਕਿਵੇਂ ਲੈਣੇ ਨੇ ਦਿਸ ਇਜ਼ ਆਲ ਅਬਾਊਟ ਪਰਸਨਲ ਫਾਈਨੈਂਸ ਓਨਲੀ। ਸੋ ਜੇਕਰ ਅਕਸਰ ਹੀ ਮੈਂ ਦੇਖਿਆ ਜੋ ਟ੍ਰੈਡੀਸ਼ਨਲ ਚੀਜ਼ਾਂ ਚੱਲਦੀਆਂ ਆਈਆਂ ਸੇਵਿੰਗ ਮੀਨਸ ਬੈਸਟ ਥਿੰਗ ਇਜ਼ ਕਿ ਪ੍ਰੋਪਰਟੀ ਹੈ ਗੋਲਡ ਹੈ ਔਰ ਥੋੜ੍ਹਾ ਬਹੁਤ ਇੰਟਰਸਟ ਲੈਣਾ ਤਾਂ ਐਫਡੀ ਸਭ ਤੋਂ ਸੇਫੈਸਟ ਆਪਸ਼ਨ ਮੰਨਿਆ ਜਾਂਦਾ ਤੇ ਬਾਕੀ ਚੀਜ਼ਾਂ ਅੱਜ ਤੱਕ ਜਿੰਨੀਆਂ ਵੀ ਹੈ ਉਹਨਾਂ ਨਾਲ ਇੱਕ ਵਰਡ ਹੈ ਰਿਸਕ ਜੁੜਿਆ ਹੋਇਆ। ਇਹਨਾਂ ਚੀਜ਼ਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਸੋ ਨਵਦੀਪ ਜੀ ਅਗਰ ਮੈਂ ਗੱਲ ਕਰਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਟ੍ਰੈਡੀਸ਼ਨਲ ਥਾਟ ਦੀ ਗੱਲ ਕੀਤੀ ਸਭ ਤੋਂ ਪਹਿਲਾਂ। ਸੋ ਟ੍ਰੈਡੀਸ਼ਨਲ ਥਾਟ ਨੂੰ ਤੋੜਨਾ ਬਹੁਤ ਆਸਾਨ ਨਹੀਂ ਹੈ। ਬਿਲਕੁਲ ਜੀ। FD ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਬੈਂਕਸ ਦਾ ਸਭ ਤੋਂ ਜ਼ਿਆਦਾ ਰਿਜ਼ਰਵ ਪਿਆ ਹੈ ਕਿਉਂਕਿ ਲੋਕਾਂ ਦਾ ਥਾਟ ਪ੍ਰੋਸੈਸ ਹੀ FD ਨਾਲ ਜੁੜਿਆ ਹੋਇਆ ਹੈ। ਬਿਲਕੁਲ ਜੀ। ਨਾਓ ਉਹ ਇੱਕ ਐਸੀ ਸੇਫ ਜ਼ੋਨ 'ਚ ਜਾ ਚੁੱਕੇ ਨੇ ਕਿ ਉਹ ਰਿਸਕ ਲੈਣ ਲਈ ਤਿਆਰ ਨਹੀਂ ਹੈਗੇ ਜਾਂ ਉਹ ਹੌਲੀ ਹੌਲੀ ਮੂਵ ਕਰ ਰਹੇ ਨੇ। ਮੈਂ ਇਹਦੇ ਵਿੱਚ ਰੀਅਲ ਏਸਟੇਟ ਵੀ ਐਡ ਕਰੂੰਗਾ ਕਿਉਂਕਿ ਰੀਅਲ ਏਸਟੇਟ ਵੀ ਇੱਕ ਟ੍ਰੈਡੀਸ਼ਨਲ ਪ੍ਰਾਊਡ ਫੀਲ ਕਰਨ ਵਾਲਾ ਇੱਕ ਐਸੈਟ ਬਣਿਆ ਜਾਂਦਾ ਇੱਕ ਐਸੈਟ ਕਲਾਸ ਦੇ ਵਿੱਚ ਜੀ। ਗੋਲਡ ਇੱਕ ਸੈਂਟੀਮੈਂਟ ਥਾਟ ਹੈ। ਇਹ ਦੋਨੇ ਚੀਜ਼ਾਂ ਅੱਜ ਦੀ ਡੇਟ ਦੇ ਵਿੱਚ ਇੱਕ ਤਰ੍ਹਾਂ ਨਾਲ ਰਿਜ਼ਰਵਸ ਦੇ ਵਿੱਚ ਪਈਆਂ ਨੇ ਚਾਹੇ ਗੋਲਡ ਲੋਕਰ 'ਚ ਪਿਆ ਚਾਹੇ ਰੀਅਲ ਏਸਟੇਟ
ਅਗੇਨ ਲੋਕਰ 'ਚ ਪਈ ਹੈ ਪੇਪਰ ਦੇ ਫਾਰਮ ਦੇ ਵਿੱਚ। ਨਾਓ ਉਹ ਜਿਹੜਾ ਮਿਥ ਹੈ ਉਹ ਹੌਲੀ ਹੌਲੀ ਚੇਂਜ ਹੋ ਰਿਹਾ ਹੈ। ਲੋਕ ਥੋੜ੍ਹਾ ਜਿਹਾ ਆਪਣਾ ਰਿਸਕ ਐਪੀਟਾਈਟ ਵਧਾ ਕੇ ਜੀ ਉਸ ਤਰ੍ਹਾਂ ਦੀ ਆਪਸ਼ਨਸ ਦੇ ਵਿੱਚ ਆ ਰਹੇ ਨੇ ਜਿਹਦੇ ਵਿੱਚ ਉਹਨਾਂ ਦਾ ਥੋੜ੍ਹਾ ਜਿਹਾ ਕੰਪਾਊਂਡਿੰਗ ਦਾ ਫੈਕਟਰ ਜਾਂ ਰਿਟਰਨਸ ਦਾ ਫੈਕਟਰ ਜ਼ਿਆਦਾ ਹੈ ਜੀ। ਹਾਂ, ਐਜ਼ ਗਾਈਡਡ ਬਾਈ ਗਵਰਨਮੈਂਟ ਕਿ ਅਗਰ ਅਸੀਂ ਲੌਂਗ ਟਾਈਮ ਲਈ ਥੋੜ੍ਹਾ ਜਿਹਾ ਰਿਸਕ ਮੈਨੇਜ ਕਰ ਸਕਦੇ ਹਾਂ ਤਾਂ ਸ਼ਾਇਦ ਮੈਂ ਰੀਅਲ ਏਸਟੇਟ ਦੇ ਸਾਹਮਣੇ ਜਾਂ ਗੋਲਡ ਦੇ ਸਾਹਮਣੇ ਜ਼ਿਆਦਾ ਡੈਲਟਾ ਕ੍ਰੀਏਟ ਕਰ ਸਕਦਾ, ਜ਼ਿਆਦਾ ਗਰੋਥ ਕ੍ਰੀਏਟ ਕਰ ਸਕਦਾ। ਇੱਕ ਜਨਰਲ ਜਿਹਾ ਕੁਐਸਚਨ ਹੈ, ਅੱਜ ਦੇ ਟਾਈਮ 'ਤੇ ਜੋ ਪ੍ਰੋਪਰਟੀ ਦੇ ਹਾਲਾਤ ਨੇ ਵੱਡੇ ਸ਼ਹਿਰਾਂ 'ਚ ਜਿੱਦਾਂ ਚੰਡੀਗੜ੍ਹ ਮੋਹਾਲੀ ਦੀ ਗੱਲ ਕਰੀਏ ਜਾਂ ਫਿਰ ਗੋਲਡ ਦਾ ਪ੍ਰਾਈਸ ਵੀ ਘੱਟ ਨਹੀਂ ਰਿਹਾ, ਯੈਸ ਸਰ, ਕੀ ਇਹ ਓਵਰ ਪ੍ਰਾਈਸਡ ਨੇ, ਸਹੀ ਹੈ ਜਾਂ ਅੰਡਰ ਪ੍ਰਾਈਸਡ ਨੇ? ਅਗਰ ਮੈਂ ਰੀਅਲ ਏਸਟੇਟ ਦੀ ਗੱਲ ਕਰਾਂ, ਜਿਸ ਤਰ੍ਹਾਂ ਚੰਡੀਗੜ੍ਹ ਦੀ ਗੱਲ ਕੀਤੀ ਹੈ, ਤਾਂ ਇਹ ਅੱਜ ਦੀ ਡੇਟ ਦੇ ਵਿੱਚ ਓਵਰ ਪ੍ਰਾਈਸ ਵੱਲ ਹੀ ਜਾ ਰਹੇ ਨੇ, ਰਾਈਟ। ਆਲਦੋ ਸਾਰੀਆਂ ਪ੍ਰਾਪਰਟੀਆਂ ਇੱਕੋ ਟਾਈਮ 'ਤੇ ਨਹੀਂ ਵਿਕ ਰਹੀਆਂ ਐਂਡ ਓਵਰ ਪ੍ਰਾਈਸ ਦੇ ਨਾਲ ਸੈਕਿੰਡ ਪੁਆਇੰਟ ਟ੍ਰਿਗਰ ਹੁੰਦਾ ਹੈ ਜਿਹਦੇ ਵਿੱਚ ਮੈਂ ਇਹ ਕਹਿਣਾ ਚਾਹੂੰਗਾ ਕਿ ਚਾਂਸਿਸ ਆਫ ਲਾਸ। ਕਿਸ ਫਾਰਮ ਦੇ ਵਿੱਚ? ਹੁਣ ਬਿਲਡਰ ਹੈ, ਬਿਲਡਰ ਨੇ ਇੱਕ ਆਪਣਾ ਪ੍ਰੋਜੈਕਟ ਖੜਾ ਕਰ ਦਿੱਤਾ ਹੈ ਬਟ ਹੀ ਇਜ਼ ਸ਼ਾਰਟ ਆਫ ਫੰਡਸ। ਉਹਨੂੰ ਫੰਡਸ ਇਕੱਠਾ ਕਰਨ ਲਈ ਬਹੁਤ ਟਾਈਮ ਲੱਗ ਸਕਦਾ ਹੈ ਤੇ ਪ੍ਰੋਜੈਕਟ ਰੁਕ ਜਾਏਗਾ। ਅਗਰ ਮੈਂ ਉਸ ਪ੍ਰੋਜੈਕਟ 'ਚ ਪੈਸਾ ਲਗਾਨਾ ਤਾਂ ਮੇਰਾ ਪ੍ਰੋਜੈਕਟ ਆਈ ਡੋਂਟ ਨੋ ਕਦੋਂ ਮੇਰੇ ਲਈ ਦੁਬਾਰਾ ਰੀਵਰਕ ਕਰੇਗਾ। ਬਿਲਕੁਲ ਜੀ। ਸੋ ਉਹ ਰਿਸਕ ਫੈਕਟਰ ਨੂੰ ਦੇਖਦੇ ਹੋਏ, ਇੱਕ ਲਮਸਮ ਇਨਵੈਸਟਮੈਂਟ ਨੂੰ ਦੇਖਦੇ ਹੋਏ, ਜਾਂ ਅਗਰ ਮੈਂ ਉਹ ਲਮਸਮ ਇਨਵੈਸਟਮੈਂਟ ਉਸ ਰੀਅਲ ਏਸਟੇਟ ਪ੍ਰੋਜੈਕਟ 'ਚ ਕਰ ਦਿੱਤੀ ਹੈ ਔਰ ਮੈਨੂੰ ਐਮਰਜੈਂਸੀ ਆ ਗਈ ਹੈ ਤਾਂ ਕੀ ਕੋਈ ਗਾਰੰਟੀ ਹੈ ਕਿ ਉਹ ਲਿਕੁਇਡਿਟੀ ਇਮੀਡੀਏਟ ਹੋ ਜਾਏਗੀ? ਮੈਨੂੰ ਸ਼ਾਇਦ ਬਾਹਰ ਵੀ ਨਾ ਮਿਲੇ। ਦਿਸ ਇਜ਼ ਬਿਗੇਸਟ ਰਿਸਕ। ਬਿਲਕੁਲ, ਹੈ ਨਾ। ਤੋ ਇਹੀ ਸਿਆਣਪ ਜਿਹੜੀ ਲੋਕਾਂ ਦੇ ਵਿੱਚ ਅਵੇਅਰਨੈਸ ਦੇ ਫਾਰਮ 'ਚ ਜਾਣੀ ਚਾਹੀਦੀ ਹੈ, ਚੰਗੇ ਪ੍ਰੋਫੈਸ਼ਨਲ ਐਡਵਾਈਸ ਦੇ ਥਰੂ ਜਾਣੀ ਚਾਹੀਦੀ ਹੈ। ਉਹਦੇ ਵਿੱਚ ਇਹੀ ਚੀਜ਼ਾਂ ਦਾ ਤਰਕ ਜ਼ਰੂਰੀ ਹੈ ਕਿ ਸਾਨੂੰ ਹਰ ਸਟੈਪ ਲੈਣ ਤੋਂ ਪਹਿਲਾਂ ਉਹਦੇ ਪ੍ਰੋਸ ਤੇ ਕੌਨਸ ਪੈਰਲਲ ਦੇਖਣੇ ਚਾਹੀਦੇ ਨੇ। ਅੱਜ ਇੱਕ ਯੰਗਸਟਰ ਹੈ ਜਿਹਨੇ ਹਜੇ ਮਤਲਬ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰਕੇ ਰੀਸੈਂਟਲੀ ਇੱਕ ਜੌਬ ਐਕਵਾਇਰ ਕੀਤੀ ਹੈ, ਅਤੇ ਉਹਦੇ ਲਈ ਫਸਟ ਜਿਹੜੇ ਸਟੈਪਸ ਨੇ ਉਹ ਕੀ ਹੋਣੇ ਚਾਹੀਦੇ ਨੇ, ਕੀ ਚੀਜ਼ ਦੇਖਣੀ ਚਾਹੀਦੀ? ਕਿਉਂਕਿ ਸਾਡੇ ਲਈ ਨਾ ਪੰਜਾਬੀਆਂ ਲਈ ਸਪੈਸ਼ਲੀ ਇੱਕ ਚੀਜ਼ ਮਾਈਂਡ 'ਚ ਭਰੀ ਜਾਂਦੀ ਹੈ, ਨਹੀਂ ਅਸੀਂ ਕਿਸੇ ਥੱਲੇ ਲੱਗ ਕੇ ਕੰਮ ਨਹੀਂ ਕਰਨਾ, ਆਪਣਾ ਕੁਛ ਕਰਨਾ ਹੈ। ਅਤੇ ਅੱਜ ਕੱਲ੍ਹ ਕਹਿੰਦੇ ਨੇ ਵੀ ਸਟਾਰਟਅਪ ਨਾਮ ਦੀ ਜਿਹੜੀ ਚੀਜ਼ ਹੈ ਨਾ, ਬੜੀ ਸੌਖੀ ਜਿਹੀ ਲੱਗਦੀ ਹੈ ਵੀ ਹਾਂ ਹੀ ਸ਼ੁਰੂ ਹੋ ਜਾਏਗਾ, ਚਲੋ ਥੋੜ੍ਹੇ ਜਿਹੇ ਪੈਸੇ ਲੱਗਣੇ ਹੈਗੇ। ਅਤੇ ਸਟਾਰਟਿੰਗ ਸਟੈਪਸ ਕੀ ਹੋਣੇ ਚਾਹੀਦੇ? ਜੌਬ ਦਾ ਐਕਸਪੀਰੀਅੰਸ ਡੈਫੀਨੇਟਲੀ ਬਹੁਤ ਰਿਕੁਆਇਰਡ ਹੈ, ਸੇਵਿੰਗਸ ਹੋਣੀਆਂ ਚਾਹੀਦੀਆਂ ਨੇ, ਸਟਾਰਟਅਪ ਕਰਨਾ ਚਾਹੀਦਾ, ਕੀ ਕਰਨਾ ਚਾਹੀਦਾ? ਸਰ, ਇਹਦੀ ਜਿਹੜੀ ਸਭ ਤੋਂ ਬੜੀ ਫਾਊਂਡੇਸ਼ਨ ਹੈ, ਜੋ ਮੈਨੂੰ ਲੱਗਦਾ ਹੈ, ਆਈ ਕੁਡ ਬੀ ਰੋਂਗ ਆਲਸੋ, ਮੈਨੂੰ ਇੱਦਾਂ ਲੱਗਦਾ ਕਿ ਜੋ ਯੰਗਸਟਰਸ ਨੇ ਨਾ, ਉਹ ਇੱਕ ਬੜੇ ਚੰਚਲ ਸੁਭਾਅ ਦੇ ਹੁੰਦੇ ਨੇ। ਉਹਨਾਂ ਨੇ ਲਾਈਫ 'ਚ ਕੋਈ ਐਕਸਪੀਰੀਅੰਸ ਨਹੀਂ ਕੀਤਾ ਹੁੰਦਾ ਕਿਸੇ ਵੀ ਬਿਟਰ ਟੇਸਟ ਨੂੰ ਲੈ ਕੇ, ਔਰ ਇਹ ਜਿਹੜੇ ਮੈਟਰ ਨੇ ਬਹੁਤ ਸੀਰੀਅਸ, ਬਹੁਤ ਬੜੇ ਸੀਰੀਅਸ ਕੰਸਰਨਸ ਨੇ। ਅਗਰ ਉਹਨਾਂ ਬੱਚਿਆਂ ਨੂੰ ਫॉर ਐਗਜ਼ਾਮਪਲ ਫੈਮਿਲੀ ਵੱਲੋਂ ਐਨਸੈਸਟਰਲ ਪੈਸਾ ਆ ਜਾਂਦਾ ਹੈ, ਜੋ ਸਟਾਰਟਅਪ 'ਚ ਚਲੇ ਵੀ ਜਾਂਦੇ ਨੇ, ਬਟ ਦੇ ਡੋਂਟ ਹੈਵ ਦੈਟ ਐਬਿਲਿਟੀ ਟੂ ਹੈਂਡਲ। ਬਿਲਕੁਲ, ਉਹਨਾਂ ਨੇ ਉਹ ਸਕਿੱਲ ਸ਼ਾਇਦ ਐਕਵਾਇਰ ਹੀ ਨਹੀਂ ਕੀਤਾ। ਤਾਂ ਮੈਂ ਵਾਪਸ ਇੱਕ ਚੀਜ਼ 'ਤੇ ਆਊਂਗਾ, ਉਹ ਹੈ ਕਿ ਅਗਰ ਤੁਸੀਂ ਕਿਸੇ ਜਗ੍ਹਾ ਸਟਾਰਟਅਪ ਦੇ ਫਾਰਮ 'ਚ ਪੈਸਾ ਇਨਵੈਸਟ ਕਰ ਰਹੇ ਹੋ, ਮੇਰਾ ਮੰਨਣਾ ਹੈ ਕਿ ਸਭ ਤੋਂ ਪਹਿਲਾਂ ਆਪਣੀ ਨੌਲੇਜ ਇਨਵੈਸਟ ਕਰੋ। ਅਗਰ ਉਹ ਬੱਚਾ ਨੌਲੇਜ ਦੇ ਵਿੱਚ ਪੈਸਾ ਇਨਵੈਸਟ ਕਰ ਰਿਹਾ ਹੈ, ਚਾਹੇ ਉਹ ਸਟਾਰਟਅਪ ਵਾਲਾ ਕੁਛ ਐਸਾ ਆਪਣਾ ਫਾਊਂਡੇਸ਼ਨਲ ਕੋਰਸ ਅਗਰ ਸਮਝ ਕੇ ਕਰਦਾ ਹੈ, ਤਾਂ ਉਹਨੂੰ ਪੂਰੇ ਸਟਰਕਚਰ ਦੀ ਸਮਝ ਆਏਗੀ ਕਿ ਕੀ ਮੇਰਾ ਸਪਲਾਈ ਚੇਨ ਸਿਸਟਮ ਹੈ, ਕਿੱਥੋਂ ਮੈਂ ਆਪਣੀ ਆਪਰੇਸ਼ਨਲ ਕਾਸਟ ਕੱਢ ਸਕਦਾ, ਕਿੱਦਾਂ ਮੈਂ ਆਪਣੇ ਆਰਡਰਸ ਨੂੰ ਫੁੱਲਫਿਲ ਕਰ ਸਕਦਾ, ਤਾਂ ਕਿ ਮੇਰੇ ਜਿਹੜੇ ਉਹਦੇ ਰਿਸਕ ਪੈਰਾਮੀਟਰਸ ਨੇ ਉਹਨੂੰ ਪਹਿਲਾਂ ਹੀ ਮੈਂ ਪ੍ਰੋਕਿਓਰ ਕਰਕੇ ਚੱਲੂੰਗਾ ਤਾਂ ਡੈਫੀਨੇਟਲੀ ਮੈਨੂੰ ਸਕਸੈਸ ਮਿਲੇਗੀ। ਔਰ ਇਸੇ ਰਿਲੇਟਿਡ ਅਗਰ ਉਹ ਫॉर ਐਗਜ਼ਾਮਪਲ ਇਨਵੈਸਟਮੈਂਟ ਜਰਨੀ 'ਚ ਕਿਸੇ ਤਰੀਕੇ ਆਉਣਾ ਚਾਹੁੰਦੇ ਨੇ, ਤੁਸੀਂ ਕਿਹਾ ਯੰਗ ਪ੍ਰੋਫੈਸ਼ਨਲਸ ਜੋ ਕਿ ਜਸਟ ਹਲੇ ਅਰਲੀ ਜੋਬਰ ਕਹਿ ਲਓ ਜਾਂ ਹਲੇ ਜਸਟ ਜੋਬ 'ਚ ਪਹਿਲੀ ਵਾਰ ਪੈਰ ਰੱਖਿਆ, ਉਹਨਾਂ ਨੂੰ ਇੱਕ ਦੋ ਚੀਜ਼ਾਂ ਸਮਝਣੀਆਂ ਚਾਹੀਦੀਆਂ ਮੇਰੇ ਅਕੋਰਡਿੰਗ। ਉਹਨਾਂ ਨੂੰ ਥੋੜ੍ਹਾ ਜਿਹਾ ਬਜਟਿੰਗ ਸਮਝਣੀ ਚਾਹੀਦੀ ਹੈ, ਜੋ ਮਾਈਟ ਵੀ ਅਸੀਂ ਇਹ ਚੀਜ਼ਾਂ ਸਕੂਲ 'ਚ ਮਿਸ ਕਰ ਚੁੱਕੇ ਹਾਂ, ਹੈ ਨਾ। ਇਹਦੇ 'ਚ ਇੱਕ ਬੇਸਿਕ ਜਿਹਾ ਅੰਕੜਾ ਹੈ ਕਿ ਅਗਰ ਮੈਂ ਗੱਲ ਕਰਾਂ ਕਿ ਸਾਡੀ ਐਜੂਕੇਸ਼ਨ ਪਾਲਿਸੀ ਦੀ, ਐਜੂਕੇਸ਼ਨ ਪਾਲਿਸੀ ਹੁਣ ਤੋਂ ਮਤਲਬ ਜਿਹੜੀ ਅਸੀਂ ਫੋਲੋ ਕਰਦੇ ਆ ਰਹੇ ਸੀ ਸਾਡੀ ਏਜਿਸ ਦੇ ਵਿੱਚ, ਅਸੀਂ ਉਹ 1986 ਵਾਲੀ ਫੋਲੋ ਕਰ ਰਹੇ ਸੀ ਜੀ। ਔਰ ਰੀਸੈਂਟ ਚੇਂਜ ਜੋ ਐਜੂਕੇਸ਼ਨ ਦੇ ਵਿੱਚ ਆਇਆ ਉਹ 2020 ਦੇ ਵਿੱਚ ਆਇਆ, ਨਿਊ ਐਜੂਕੇਸ਼ਨ ਪਾਲਿਸੀ ਦੇ ਫਾਰਮ 'ਚ 34 ਸਾਲ ਬਾਅਦ। ਹੁਣ ਤੁਸੀਂ ਸਮਝੋ ਕਿ ਅਸੀਂ ਉਸ ਪੀੜ੍ਹੀ 'ਚੋਂ ਨਿਕਲ ਚੁੱਕੇ ਹਾਂ। ਅੱਜ ਉਹ ਜਿਹੜੇ ਬੱਚੇ ਸਿੱਖ ਰਹੇ ਨੇ ਉਹ 2020 ਦੇ ਹਿਸਾਬ ਨਾਲ ਸਿੱਖ ਰਹੇ ਨੇ, ਤਾਂ ਉਹਨਾਂ ਕੋਲ ਕਿੱਡੀ ਵੱਡੀ ਗੋਲਡਨ ਓਪਰਚੁਨਿਟੀ ਕਿ ਬਜਟਿੰਗ ਕਿਵੇਂ ਸਿੱਖਣੀ ਚਾਹੀਦੀ ਹੈ। ਕਿੰਨੇ ਰਿਸੋਰਸ ਟ੍ਰਿਗਰ ਹੋ ਚੁੱਕੇ ਨੇ YouTube ਦੇ ਫਾਰਮ ਦੇ ਵਿੱਚ, ਇੰਸਟਾ ਦੇ ਫਾਰਮ ਦੇ ਵਿੱਚ, ਜਾਂ ਨੌਲੇਜ ਲੈਣਾ ਕਿੰਨਾ ਆਸਾਨ ਹੋ ਗਿਆ। ਆਈ ਥਿੰਕ ਤੁਹਾਡੇ ਮੇਰੇ ਟਾਈਮ 'ਤੇ ਕਦੇ ਨੌਲੇਜ ਲੈਣਾ ਇੰਨਾ ਆਸਾਨ ਨਹੀਂ ਹੋਇਆ। ਬਿਲਕੁਲ। ਸੋ ਉਹਨਾਂ ਨੂੰ ਬਜਟਿੰਗ ਸਿੱਖਣੀ ਚਾਹੀਦੀ ਹੈ। ਬਜਟਿੰਗ 'ਚ ਇੱਕ ਫਾਰਮੂਲਾ ਆਉਂਦਾ 50-30-20। ਅਗਰ ਮੇਰੀ 100 ਰੁਪਏ ਇਨਕਮ ਹੈ ਮਹੀਨੇ ਦੀ ਐਜ਼ ਅ ਸੈਲਰੀ, ਤਾਂ ਮੈਨੂੰ 50 ਰੁਪਏ ਇਨਵੈਸਟ ਕਰਨੇ ਚਾਹੀਦੇ ਨੇ ਮੇਰੀਆਂ ਬੇਸਿਕ ਨੀਡਸ ਦੇ ਉੱਤੇ, ਠੀਕ ਹੈ, ਜਿਹਦੇ ਵਿੱਚ ਮੇਰਾ ਰੈਂਟ ਆ ਜਾਂਦਾ ਹੈ, ਕੋਈ ਫਿਕਸ EMI ਉਹ ਆ ਜਾਂਦੀ ਹੈ ਜੋ ਨੋਨ ਨੈਗੋਸ਼ੀਏਬਲ ਨੇ। ਮੇਰਾ ਜਿਹੜਾ 30 ਰੁਪੀਜ਼ ਵਾਲਾ ਪਾਰਟ ਹੈ ਅਗਲਾ, ਉਹ ਪਾਰਟ ਮੇਰਾ ਜਾਣਾ ਚਾਹੀਦਾ ਵਾਂਟਸ ਦੇ ਵਿੱਚ। ਵਾਂਟਸ ਦਾ ਮਤਲਬ ਲੈਟਸ ਸੇ ਆਈ ਐਮ ਮੇਨਟੇਨਿੰਗ ਮਾਈ ਹੈਲਥ ਫॉर ਐਗਜ਼ਾਮਪਲ, ਹੈ ਨਾ। ਹਰ ਬੰਦਾ ਅੱਜ ਕੱਲ੍ਹ ਯੋਗਾ ਜਾਂਦਾ ਹੈ, ਜਿਮ ਜਾਂਦਾ, ਉਹਦੀ ਵਾਂਟ ਦਾ ਕੈਟੇਗਰੀ ਬਣ ਸਕਦਾ ਹੈ। ਤਾਂ 30% ਤੁਸੀਂ ਉੱਥੇ ਪੈਸਾ ਲਗਾਓ, ਕੋਈ ਪ੍ਰੋਬਲਮ ਨਹੀਂ ਹੈ ਐਜ਼ ਪਰ ਬੁੱਕਸ। 20%
ਤੁਹਾਡਾ ਪਾਰਟ ਨਾਨ ਨੈਗੋਸ਼ੀਏਬਲ ਪਾਰਟ ਹੈ, ਜੋ ਕਿ ਕੋਰ ਇਨਵੈਸਟਮੈਂਟ 'ਚ ਜਾਣਾ ਚਾਹੀਦਾ ਹੈ, ਸੇਵਿੰਗਸ 'ਚ ਜਾਣਾ ਚਾਹੀਦਾ ਹੈ। ਅੱਜ ਤੋਂ ਹੀ ਉਹ ਬੱਚਾ ਜੋ ਅਰਨਿੰਗ ਲੈਣਾ ਸ਼ੁਰੂ ਕਰ ਚੁੱਕਿਆ ਹੈ, ਅਗਰ ਉਹ 20% ਦੇ ਮਾਈਂਡਸੈਟ ਦੇ ਨਾਲ, 20 ਰੁਪਏ ਬਚਾਉਣ ਦੇ ਮਾਈਂਡਸੈਟ ਦੇ ਨਾਲ 100 ਰੁਪਏ ਦੇ ਵਿੱਚੋਂ ਇਸ ਤਰ੍ਹਾਂ ਅੱਗੇ ਵਧ ਰਿਹਾ ਹੈ, ਬਹੁਤ ਬੜੀਆਂ ਜਰਨੀ ਹੈਂਡਲ ਕਰ ਸਕਦੇ, ਬਹੁਤ ਜਲਦੀ ਫਾਈਨੈਂਸ਼ੀਅਲ ਫਰੀडम ਲੈ ਸਕਦਾ। ਬਟ ਸਾਡੇ ਵਾਲੇ ਅਕਸਰ ਹੀ ਐਸਟ ਤੋਂ ਪਹਿਲਾਂ ਲਾਇਬਿਲਿਟੀਜ਼ ਵੱਲ ਭੱਜ ਲੈਂਦੇ ਜੀ। ਤੇ ਐਸਟ ਲਾਇਬਿਲਿਟੀ ਨੂੰ ਥੋੜਾ ਜਿਹਾ ਹੋਰ ਡਿਫਾਈਨ ਕਰ ਦਿਓ। ਜਿੱਦਾਂ ਆਫ ਦਾ ਪੋਡਕਾਸਟ ਤੁਸੀਂ ਕਿਹਾ ਸੀ ਨਾ, ਨੀਡਸ ਤੇ ਵਾਂਟਸ ਦੇ ਵਿੱਚ ਹੀ ਆ ਗਏ ਸੀ ਆਪਾਂ, ਫਿਕਸਡ ਪੀਰੀਓਡਿਕ ਜਾਂ ਫਿਰ ਉਸ ਤਰੀਕੇ ਨਾਲ ਜੇਕਰ ਡਿਫਾਈਨ ਕਰ ਸਕਦੇ ਹੋ। ਓਕੇ, ਸੋ ਇਹਨੂੰ ਆਪਾਂ ਇਸ ਤਰੀਕੇ ਕਹਿ ਸਕਦੇ, ਜਿੱਦਾਂ ਮੈਂ ਇਹਨੂੰ ਬਜਟਿੰਗ ਨਾਲ ਰਿਲੇਟ ਕਰ ਦਿੰਦਾ, ਜੋ ਤੁਸੀਂ ਮੈਨੂੰ ਤੋਂ ਐਕਸਪਲੇਨੇਸ਼ਨ ਲਈ। ਬਜਟਿੰਗ ਦੇ ਵਿੱਚ ਇੱਕ ਕੈਟਾਗਰੀ ਅੱਗੇ ਆ ਜਾਂਦੀ, ਸਬ ਕੈਟਾਗਰੀ। ਉਹ ਬਜਟਿੰਗ ਦੀ ਜਿਹੜੀ ਅੱਗੇ ਵਾਲੀ ਕੈਟਾਗਰੀ ਹੈ, ਉਹਨੂੰ ਆਪਾਂ 3 ਤਰੀਕੇ ਨਾਲ ਡਿਫਾਈਨ ਕਰ ਸਕਦੇ ਹਾਂ, ਜਿਹਦੇ ਵਿੱਚ ਮੈਂ ਅਗਰ ਫॉर ਐਗਜ਼ਾਮਪਲ 100 ਰੁਪਏ ਕਮਾ ਰਿਹਾ, ਅਗੇਨ 100 ਰੁਪਏ ਵਾਲੀ ਬੜੀ ਬੇਸਿਕ ਐਗਜ਼ਾਮਪਲ ਲੈ ਰਿਹਾ, ਤਾਂ ਉਹਦੇ ਵਿੱਚ ਜੋ ਮੈਂ ਪੈਸਾ ਇਹ ਦੇਖਾਂ ਕਿ ਕਿੰਨਾ ਮੇਰਾ ਖਰਚਿਆਂ ਦੇ ਵਿੱਚ ਜਾ ਰਿਹਾ ਫॉर ਐਗਜ਼ਾਮਪਲ, ਤਾਂ ਉਹ ਜਿਹੜੇ ਖਰਚੇ ਨੇ ਉਹਦੀਆਂ 3 ਕੈਟਾਗਰੀਜ਼ ਬਣਨਗੀਆਂ। ਜਿਹੜਾ 50 ਰੁਪਏ ਵਾਲਾ ਪਾਰਟ ਸੀ, ਜਿਹੜਾ ਨਹੀਂ, ਮੈਂ ਕਹੂੰਗਾ ਕਿ 100 ਰੁਪਏ ਦੇ ਵਿੱਚੋਂ ਮੇਰਾ ਜੋ ਖਰਚਿਆਂ ਵਾਲਾ ਪਾਰਟ ਹੈ, ਟੋਟਲ ਜਿੰਨੇ ਖਰਚੇ ਨੇ ਮਹੀਨੇ ਦੇ, ਅਗਰ ਉਹ ਖਰਚੇ ਮੇਰੇ ਫॉर ਐਗਜ਼ਾਮਪਲ ਲੈਟਸ ਸੇ ਮੇਰੀ ਸੈਲਰੀ 30,000 ਰੁਪਏ ਹੈ, ਤਾਂ ਹੁਣ ਜਿਹੜਾ 20,000 ਹੈ ਉਹ ਮੇਰਾ ਖਰਚਿਆਂ ਦਾ ਪਾਰਟ ਹੈ। ਚਲੋ ਥੋੜਾ ਬਹੁਤਾ 10,000 ਮੈਂ ਸਾਈਡ ਤੇ ਰੱਖਿਆ ਹੋਇਆ। ਹੁਣ ਇਹ ਜਿਹੜਾ 20,000 ਪਾਰਟ ਮੇਰਾ ਖਰਚਿਆਂ ਤੇ ਜਾ ਰਿਹਾ, ਮੈਨੂੰ ਉਹਦੇ ਲਈ ਬਹੁਤ ਮਾਈਕਰੋ ਹੋਣਾ ਪਏਗਾ। ਉਹਦੇ ਵਿੱਚ ਮੈਂ ਇਹ ਦੇਖੂੰਗਾ ਕਿ ਇਹਦੇ ਵਿੱਚੋਂ ਫਿਕਸ ਖਰਚੇ ਕਿਹੜੇ ਨੇ। ਫਿਕਸ ਖਰਚੇ ਦਾ ਮਤਲਬ ਕਿ ਮੇਰਾ ਰੈਂਟ ਦਾ ਪਾਰਟ ਅਗਰ ਕੋਈ ਜਾ ਰਿਹਾ ਹੈ ਨਾ, ਮੇਰੀ ਕੋਈ EMI ਜਾ ਰਹੀ ਹੈ, ਅਗੇਨ ਨਾਨ ਨੈਗੋਸ਼ੀਏਬਲ। ਬਿਲਕੁਲ। ਫਰਦਰ ਪਾਰਟ ਆ ਜਾਏਗਾ ਵੇਰੀਏਬਲਸ ਦੇ ਉੱਤੇ। ਹੁਣ ਮੈਂ ਜੌਬ ਤੇ ਜਾ ਰਿਹਾ ਜੀ, ਮੇਰੇ ਲਈ ਪੈਟਰੋਲ ਯੂਜ਼ ਕਰਨਾ ਪਏਗਾ ਮੈਨੂੰ, ਮੇਰੇ ਬਾਈਕ ਦੇ ਵਿੱਚ, ਮੇਰੀ ਐਕਟਿਵਾ ਦੇ ਵਿੱਚ, ਜਾਂ ਮੇਰੀ ਕਿਸੇ ਤਰੀਕੇ ਨਾਲ ਕਾਰ ਦੇ ਵਿੱਚ ਜੀ, ਉਹ ਵੇਰੀਏਬਲ ਬਣ ਸਕਦਾ ਹੈ। ਕੋਵਿਡ ਟਾਈਮ 'ਚ ਕੀ ਹੋਇਆ ਸੀਗਾ, ਕੋਵਿਡ ਟਾਈਮ 'ਚ ਇਹ ਹੋਇਆ ਸੀ, ਸਾਰਾ ਕੰਸੈਪਟ ਹੀ ਵਰਕ ਫਰਮ ਹੋਮ ਤੇ ਆ ਗਿਆ ਸੀਗਾ, ਮੇਰਾ ਪੈਟਰੋਲ ਹੀ ਨਹੀਂ ਲੱਗ ਰਿਹਾ। ਸਵੀਗੀ ਜ਼ੋਮੈਟੋ ਅੱਜ ਕੱਲ੍ਹ ਟ੍ਰੈਂਡ ਦੇ ਵਿੱਚ ਹੈ, ਤਾਂ ਮੈਂ ਉਹ ਚੀਜ਼ ਦੇਖ ਰਿਹਾ ਕਿ ਮੈਂ ਕਾਊਂਟ ਹੀ ਨਹੀਂ ਕਰ ਸਕਦਾ ਨਾ। ਮੇਰੇ ਕੋਲ ਗੈਸਟ ਆ ਗਏ, ਮੇਰੇ ਫਰੈਂਡਸ ਆ ਗਏ, ਮੇਰਾ ਬਰਥਡੇ ਆ ਗਿਆ, ਕਿਸੇ ਦੀ ਕੋਈ ਹੋਰ ਨਈ ਜੌਬ ਵਾਲੀ ਪਾਰਟੀ ਹੋ ਗਈ, ਤਾਂ ਆਈ ਕੈਨ ਨਾਟ ਗੇਜ ਦੈਟ। ਤੀਸਰਾ ਕੈਟਾਗਰੀ ਆ ਜਾਂਦਾ ਪੀਰੀਓਡਿਕ। ਹੁਣ ਉਹ 20 ਰੁਪਏ ਦੇ ਵਿੱਚੋਂ 20,000 ਦੇ ਵਿੱਚੋਂ ਪੀਰੀਓਡਿਕ ਖਰਚਾ ਇਹ ਹੋ ਸਕਦਾ ਕਿ ਅਗਰ ਮੈਂ ਸਮਝਦਾਰ ਹਾਂ, ਮੈਂ ਹੋ ਸਕਦਾ ਇੰਸ਼ੋਰੈਂਸ ਪਲਾਨ ਲਿਆ ਹੋਇਆ ਜਿਹਦੀ 1 ਸਾਲ ਦੀ ਕਿਸ਼ਤੀ ਆਉਂਦੀ ਹੈ, ਹੈਲਥ ਇੰਸ਼ੋਰੈਂਸ ਲਈ ਉਹਦੀ 1 ਸਾਲ ਦੀ ਕਿਸ਼ਤੀ ਆਉਂਦੀ ਹੈ। ਹੁਣ ਮੈਂ ਡਿਵਾਈਡ ਕਰਕੇ 12 ਤੇ ਲੈ ਕੇ ਆਉਂਗਾ ਤਾਂ ਉਹਨੂੰ ਮੰਥਲੀ 20,000 ਦੇ ਵਿੱਚ ਕਿੰਨਾ ਪਾਰਟ ਦੇ ਪਾ ਰਿਹਾ। ਸੋ ਇਹ ਅਗਰ ਮੈਂ ਐਕਸਲ ਤੇ ਲਿਖਣਾ ਸ਼ੁਰੂ ਕਰ ਦਵਾਂ, ਅੱਜ ਕੱਲ੍ਹ ਤਾਂ ਐਪਸ ਦੇ ਵਿੱਚ ਬਜਟਿੰਗ ਐਪਸ ਆ ਗਏ ਨੇ ਜੋ ਕਿ ਫ੍ਰੀ ਆਫ ਕਾਸਟ ਨੇ, ਤੁਸੀਂ ਉਹਦੇ ਵਿੱਚ 1-1 ਰੁਪਇਆ ਲਿਖਣਾ ਸ਼ੁਰੂ ਕਰ ਦਿਓ, ਤਾਂ ਮੈਨੂੰ ਇਹ ਸਮਝ ਆ ਜਾਏਗਾ ਕਿ ਯੈਸ ਇਹ ਮੇਰੇ ਲਈ ਜੋ ਵੀ ਡਿਜ਼ਾਇਰ ਵਾਲਾ ਪਾਰਟ ਹੈ ਉਹ ਮੈਨੂੰ ਥੋੜਾ ਜਿਹਾ ਘਟਾਉਣਾ ਪਏਗਾ। ਬਿਲਕੁਲ। ਮੈਂ ਡਿਜ਼ਾਇਰ ਵਾਲੇ ਪਾਰਟ ਦੇ ਵਿੱਚ ਵੀ ਐਡ ਕਰ ਦਿੰਦਾ ਕਿ ਮੈਂ ਨੈਟਫਲਿਕਸ ਫॉर ਐਗਜ਼ਾਮਪਲ ਸਬਸਕ੍ਰਿਪਸ਼ਨ ਲੈ ਲਈ ਜੀ, ਪਰ ਮੈਂ ਦੇਖ ਹੀ ਨਹੀਂ ਰਿਹਾ। ਮੈਂ Amazon ਪ੍ਰਾਈਮ ਦੀ ਸਬਸਕ੍ਰਿਪਸ਼ਨ ਲੈ ਕੇ ਬੈਠਾ, ਮੈਂ ਨਹੀਂ ਦੇਖ ਰਿਹਾ ਉਹਨੂੰ। ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹੂੰਗਾ ਕਿ ਆਈ ਬੇਸਿਕਲੀ ਕੰਡਕਟ ਸੈਸ਼ਨਸ ਆਲਸੋ। ਓਕੇ। ਤਾਂ ਮੈਂ ਬੱਚਿਆਂ ਨੂੰ ਆਪਣੇ ਇੱਕ ਸੈਸ਼ਨ ਦੇ ਵਿੱਚ ਕੁਐਸਚਨ ਪੁੱਛਿਆ, ਇਟ ਵਾਸ ਅ ਕਰਾਊਡ, ਮਤਲਬ ਇਟ ਵਾਸ ਅਬਾਊਟ 100 ਸਟੂਡੈਂਟਸ ਓਵਰ ਦੇਅਰ। ਓਕੇ। ਮੈਂ ਉਹਨਾਂ ਨੂੰ ਇੱਕ ਐਕਸਰਸਾਈਜ਼ ਦਿੱਤੀ ਕਿ ਤੁਸੀਂ ਡੇ ਐਂਡ ਤੇ, ਅੱਜ ਮੇਰਾ ਸੈਸ਼ਨ ਖਤਮ ਹੋਣ ਤੋਂ ਬਾਅਦ ਸੰਡੇ ਵਿੱਚ ਆ ਗਿਆ, ਮੰਡੇ ਮੇਰੇ ਕੋਲ ਇੱਕ ਪੈਨ ਪੇਪਰ ਤੇ ਨੋਟ ਕਰਕੇ ਲੈ ਕੇ ਆਉਣਾ ਤੇ ਸਾਰਿਆਂ ਨੇ ਪੋਸਟ ਕਰਨਾ ਹੈ ਤੁਹਾਡੇ ਕੋਲ ਐਸੀਆਂ ਕਿਹੜੀਆਂ ਚੀਜ਼ਾਂ ਨੇ ਘਰ ਦੇ ਵਿੱਚ ਜਿਹੜੀਆਂ ਤੁਸੀਂ ਇੰਪਲਸਿਵ ਬਾਈ ਕੀਤੀਆਂ। ਓਕੇ। ਯੂ ਨੀਡ ਟੂ ਮੇਕ ਅ ਲਿਸਟ। ਬਿਲਕੁਲ। ਠੀਕ ਹੈ। ਉਹਨਾਂ ਨੇ ਲਿਸਟ ਬਣਾਈ, ਅਗਲੇ ਦਿਨ ਆਏ, ਉਹਨਾਂ ਦੇ ਆਈ ਓਪਨਰਸ ਦੇਖੇ ਮੈਂ ਉਹਨਾਂ ਦੇ ਖੁਦ ਕਿ ਸਰ ਮੇਰੇ ਕੋਲ 50 ਚੀਜ਼ਾਂ ਐਸੀਆਂ ਪਈਆਂ ਜਿਹੜੀਆਂ ਮੇਰੇ ਘਰ ਦੇ ਕਾਰਨਰ 'ਚ ਪਈਆਂ ਨੇ ਕਿ ਮੈਂ ਇੰਪਲਸਿਵ ਬਾਈ ਕੀਤੀ। ਮੈਂ ਗਰੋਸਰੀ ਲੈਣ ਗਿਆ, ਮੈਂ ਟੇਬਲ ਤੇ ਬਿੱਲ ਦੇਣ ਆ ਗਿਆ, ਟੇਬਲ ਦੇ ਸਾਹਮਣੇ ਮੇਰੀ ਕੁਝ ਸਮਾਨ ਪਿਆ ਹੈ, ਫਟਾਫਟ ਉਹ ਵੀ ਬਾਈ ਕਰ ਲਿਆ, ਪਰ ਉਹਨੂੰ ਮੈਂ ਯੂਜ਼ ਨਹੀਂ ਕਰ ਰਿਹਾ, ਉਹਦੀ ਕੋਈ ਯੂਟਿਲਿਟੀ ਨਹੀਂ ਹੈ। ਫਿਰ ਦੂਜਾ ਅਗਲੇ ਦਿਨ ਐਕਸਰਸਾਈਜ਼ ਦਿੱਤਾ ਉਹਨਾਂ ਨੂੰ, ਹੁਣ ਮੈਨੂੰ ਉਹ ਚੀਜ਼ ਦੱਸੋ ਕਿ ਇਹ ਜਿਹੜੀ ਤੁਸੀਂ ਲਿਸਟ ਬਣਾਈ ਹੈ 50 ਚੀਜ਼ਾਂ ਦੀ, ਇਹ 50 ਚੀਜ਼ਾਂ ਅਗਲੇ ਕਿੰਨੇ ਮਹੀਨੇ, ਕਿੰਨੇ ਸਾਲ ਤੁਸੀਂ ਯੂਜ਼ ਨਹੀਂ ਕਰੋਗੇ। ਓਕੇ। ਅਗੇਨ ਸ਼ੌਕਿੰਗ ਰਿਜ਼ਲਟਸ। ਕੋਈ ਕਹਿ ਰਿਹਾ 2 ਸਾਲ ਯੂਜ਼ ਨਹੀਂ ਕਰੂੰਗਾ, ਕੋਈ ਕਹਿ ਰਿਹਾ 3 ਸਾਲ ਯੂਜ਼ ਨਹੀਂ ਕਰੂੰਗਾ। ਨਾਓ ਚੈੱਕ ਦਿਸ ਆਊਟ ਕਿ ਮੈਂ ਪੈਸਾ, ਮੈਨੂੰ ਤਾਂ ਲੱਗਦਾ ਕਾਮਨ ਬਣ ਚੁੱਕਿਆ ਮਿਥ, ਬਿਲਕੁਲ, ਕਿ ਪੈਸਾ ਜਾਂਦਾ ਕਿੱਥੇ ਲੋਕਾਂ ਨੂੰ ਸਮਝ ਹੀ ਨਹੀਂ ਆ ਰਿਹਾ। ਸਭ ਤੋਂ ਬੜੀ ਚੀਜ਼ ਦੇਖੋ, ਆਪਣੀ ਸਾਰਿਆਂ ਦੀ ਪਾਕਟ ਦੇ ਵਿੱਚ ਗੂਗਲ ਪੇ ਹੈ, UPI ਹੈ, ਇਹ ਪਤਾ ਹੀ ਨਹੀਂ ਲੱਗਣ ਦਿੰਦਾ, ਜੀ। ਇਸ ਕੇਸ ਦੇ ਵਿੱਚ ਸਿਰਫ ਟਿੰਗ 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 ਵੀਡੀਓ ਗੇਮ ਦੀ ਤਰ੍ਹਾਂ ਚੱਲ ਰਿਹਾ ਹੈ। ਬਿਲਕੁਲ। ਔਰ ਸਭ ਇਹਦੇ ਵਿੱਚ ਇੱਕ ਹੋਰ ਇੰਟਰਸਟਿੰਗ ਚੀਜ਼ ਹੈ ਜੋ ਕਿ ਮਾਰਕੀਟਿੰਗ ਮਿਥ ਹੈ। ਜਦੋਂ ਤੁਸੀਂ ਕੋਈ ਗੂਗਲ ਪੇ ਦਾ ਖਰਚਾ ਕਰਦੇ ਹੋ, ਤੁਹਾਨੂੰ ਐਂਡ ਤੇ ਬੈਲੈਂਸ ਦਿਖਦਾ ਹੈ ਕਿੰਨਾ ਰਹਿ ਗਿਆ? ਨਹੀਂ ਜੀ। ਆਨਸਰ ਇਜ਼ ਨੋ। ਹਾਊ ਯੂ ਵਿਲ ਮੈਨੇਜ ਯੂਰ ਬਜਟਸ? ਅੱਜ ਕੱਲ੍ਹ ਤਾਂ ਸਟੇਟਮੈਂਟਸ ਵੀ ਨਹੀਂ ਕਢਵਾਉਂਦਾ, ਕੋਈ ਨਹੀਂ ਕਢਵਾਉਂਦਾ ਹੀ। ਤੋ ਇਹ ਚੀਜ਼ਾਂ ਜੋ ਨੇ, ਇਹ ਸਾਡੇ ਲਈ ਇੱਕ ਕਹਿ ਲਓ ਕਿ ਸਾਨੂੰ ਕੋਈ ਡਰਾਈਵ ਕਰ ਰਿਹਾ। ਬਿਲਕੁਲ। ਤਾਂ ਮੈਂ ਚਾਹੁੰਦਾ ਕਿ ਇਹ ਡਰਾਈਵ ਜੋ ਮੈਂ ਆਪਣਾ ਰਿਮੋਟ ਕੰਟਰੋਲ
ਐਜ਼ ਅ ਯੂਜ਼ਰ, ਜੇ ਮੈਂ ਇਸ ਤਰ੍ਹਾਂ ਦਾ ਯੂਜ਼ਰ ਹਾਂ, ਕਿਸੇ ਨੂੰ ਦਿੱਤਾ ਹੋਇਆ ਤਾਂ ਮੈਨੂੰ ਪੁੱਛਣਾ ਚਾਹੀਦਾ ਉਹ ਰਿਮੋਟ ਕੰਟਰੋਲ ਮੈਂ ਕਿਉਂ ਦਿੱਤਾ ਹੈ ਸਾਹਮਣੇ ਵਾਲੇ ਨੂੰ। I need to start with budgeting. That's why I'm saying कि 50-30-20 formula is very important. जी, Everybody is having laptop, smartphones in their pocket. Manage करो ना। ਬਿਲਕੁਲ ਜੀ। ਇੱਕ ਅੱਜ ਕੱਲ੍ਹ ਬੱਚੇ, ਠੀਕ ਹੈ ਜੀ, ਬਹੁਤਿਆਂ ਦੀ ਸੋਚ ਹੁੰਦੀ ਹੈ ਨਹੀਂ ਜੀ ਖਰਚੇ ਨਹੀਂ ਘਟਾਏ ਜਾ ਸਕਦੇ, ਇਨਕਮ ਵਧਾ ਲੈਣੀ ਚਾਹੀਦੀ ਹੈ। ਡੈਫੀਨੇਟਲੀ ਸੋਚ ਉਹ ਵੀ ਕਿਤੇ ਗਲਤ ਨਹੀਂ ਹੈ ਮੈਂ ਕਹਾਂ ਜੀ, ਬਿਲਕੁਲ। ਬਟ ਹਾਂ ਵੀ ਸਿਰਫ ਖਰਚੇ ਨਾ ਘਟਾਉਣਾ ਵੀ ਸਹੀ ਨਹੀਂ ਹੋ ਸਕਦਾ। Correct. ਤੇ ਟ੍ਰੇਡਿੰਗ ਵੱਲ ਜਾ ਰਹੇ ਹਨ ਬੱਚੇ, ਇਨਵੈਸਟਿੰਗ ਵੱਲ ਜਾ ਰਹੇ, ਮੈਂ ਮੇਨਲੀ ਕਹਾਂ ਅਲੱਗ-ਅਲੱਗ ਜਗ੍ਹਾ ਤੇ ਇਨਵੈਸਟ ਕੀਤਾ ਜਾ ਰਿਹਾ। ਕੁਝ ਲੋਕ ਇਹਨੂੰ ਇਨਵੈਸਟਿੰਗ ਨੂੰ ਜੌਬ ਦੀ ਤਰ੍ਹਾਂ ਕਰਦੇ ਆ, ਜਾਂ ਜੀ ਮੈਂ 200 ਲਾਇਆ 250 ਬਣ ਗਿਆ, ਮੈਂ ਨਾਲ ਦੀ ਨਾਲ ਕਢਵਾ ਲੈਣਾ, ਇਸ ਤਰੀਕੇ ਨਾਲ ਰੈਗੂਲਰ ਬੇਸਿਸ ਤੇ। ਤੁਸੀਂ ਕਿੱਦਾਂ ਦੇਖਦੇ ਹੋ ਬੇਸਿਕਲੀ ਸ਼ੇਅਰ ਮਾਰਕੀਟ, ਸਟਾਕ ਮਾਰਕੀਟ ਨੂੰ? ਸਰ ਮੈਂ ਅਗੇਨ ਉਹੀ ਚੀਜ਼ ਨਾਲ ਰਿਲੇਟ ਕਰੂੰਗਾ ਕਿ ਐਜੂਕੇਸ਼ਨ ਦੀ ਅਗਰ ਮੈਨੂੰ ਕਮੀ ਹੈ ਤਾਂ ਮੈਨੂੰ ਸ਼ਾਇਦ ਉਸ ਫੀਲਡ ਵੱਲ ਬਹੁਤ ਸੋਚ ਕੇ ਜਾਣਾ ਚਾਹੀਦਾ, ਨੰਬਰ 1। ਨੰਬਰ 2, ਮੈਂ ਇਸ ਚੀਜ਼ ਨੂੰ ਇਸ ਤਰ੍ਹਾਂ ਵੀ ਦੇਖਦਾ ਕਿ ਇਹ ਇੱਕ ਬਿਹੇਵੀਅਰਲ ਬਾਇਸ ਕੈਟੇਗਰੀ ਚ ਆਉਂਦਾ ਹੈ ਕਿ ਇਟ ਇਜ਼ ਹਰਡ ਮੈਂਟੈਲਿਟੀ ਬੇਸਿਕਲੀ। ਕੋਈ ਭੇਡ ਚਾਲ ਚੱਲ ਰਹੀ ਹੈ, ਮੈਂ ਉਹਦੇ ਪਿੱਛੇ ਲੱਗ ਕੇ, ਬਿਲਕੁਲ, ਅਗਰ ਤੁਸੀਂ ਪੈਸਾ ਕਮਾਇਆ ਤਾਂ ਮੈਂ ਵੀ ਪੈਸਾ ਕਮਾਉਣਾ ਹੈ, ਤਾਂ ਮੇਰੇ ਚ ਨਾ ਇੱਕ ਫੋਮੋ ਫੈਕਟਰ ਆ ਰਿਹਾ ਹੈ, ਰਾਈਟ? ਉਹ ਫੋਮੋ ਫੈਕਟਰ ਨਹੀਂ ਲੈ ਕੇ ਆਉਣਾ ਜੀ। ਉਸ ਫੋਮੋ ਫੈਕਟਰ ਚ ਇਹ ਨਹੀਂ ਲੈ ਕੇ ਆਉਣਾ ਕਿ ਨਵਦੀਪ ਜੀ ਨੇ ਪੈਸਾ ਕਮਾਇਆ ਤਾਂ ਮੈਂ ਪਿੱਛੇ ਰਹਿ ਗਿਆ। ਉਹਦੇ ਨਾਲ ਕੀ ਹੋਏਗਾ? ਮੈਂ ਇਨਵੈਸਟ ਕਰ ਦਿੱਤਾ, ਬਿਨਾਂ ਨੌਲੇਜ ਤੋਂ ਇਨਵੈਸਟ ਕਰ ਦਿੱਤਾ, ਮੈਨੂੰ ਨਹੀਂ ਪਤਾ ਨਵਦੀਪ ਜੀ ਨੂੰ ਮੇਰੇ ਤੋਂ ਜ਼ਿਆਦਾ ਕਿੰਨੀ ਨੌਲੇਜ ਹੈ, ਹੋ ਸਕਦਾ ਮੈਂ ਉਹਦੇ ਚ ਡਬਲ ਨੁਕਸਾਨ ਕਰ ਚੁੱਕਿਆ ਆਪਣਾ, ਬਿਲਕੁਲ। ਤਾਂ ਮੇਰਾ ਕੁਐਸਚਨ ਇਹ ਹੈ ਕਿ ਉਹਨੂੰ ਰਿਕਵਰ ਕਿਵੇਂ ਕਰੋਗੇ? ਤੁਸੀਂ ਦੁਬਾਰਾ ਫਿਰ ਉਹ ਗਲਤੀ ਕਰ ਸਕਦੇ ਹੋ ਜੀ। ਸੋ ਯੈਸ, ਯੂ ਆਰ ਰਾਈਟ ਕਿ ਇਨਵੈਸਟਿੰਗ ਅਗਰ ਕਰ ਰਹੇ ਨੇ, ਅਰਨਿੰਗ ਵਧਾ ਰਹੇ ਨੇ, ਇਟ ਇਜ਼ ਗੁੱਡ। ਸਾਡੇ ਕੋਲ ਅਲੱਗ ਪਲੇਟਫਾਰਮਸ ਨੇ ਉਸ ਕੇਸ ਦੇ ਵਿੱਚ। ਅਗਰ ਤੁਹਾਡੇ ਕੋਲ ਕੋਈ ਸਕਿੱਲ ਹੈ, ਤੁਹਾਡੇ ਕੋਲ ਕੋਈ ਆਰਟ ਹੈ, ਤੁਹਾਡੇ ਕੋਲ ਕੋਈ ਹੌਬੀ ਹੈ ਜੀ ਵਿਚ ਪੀਪਲ ਲਾਈਕ, ਸੋਸ਼ਲ ਮੀਡੀਆ ਪੂਰੀ ਦੁਨੀਆ ਖੁੱਲ ਚੁੱਕੀ ਹੈ ਗਲੋਬਲਾਈਜੇਸ਼ਨ ਦੇ ਵਿੱਚ, ਤੁਸੀਂ ਆਓ ਅਪਵਰਕ ਤੇ, ਤੁਸੀਂ ਆਓ ਫਾਈਵਰ ਤੇ ਜੀ, ਪੈਸਾ ਕਮਾਓ। ਹੂ ਇਜ਼ ਸਟਾਪਿੰਗ ਯੂ? ਫ੍ਰੀਲਾਂਸਰ ਬਣੋ ਨਾ, ਠੀਕ ਹੈ ਨਾ, ਐਕਟਿਵ ਇਨਕਮ ਕਰੋ। ਬਟ ਅਗਰ ਤੁਸੀਂ ਐਕਸਟਰਾ ਹਸਲ ਦੀ ਗੱਲ ਕਰੋ ਤਾਂ ਉਹਦੇ ਵਿੱਚ ਆ ਕੇ ਤੁਸੀਂ ਇਸ ਚੀਜ਼ ਦਾ ਐਡਵਾਂਟੇਜ ਲੈ ਸਕਦੇ ਹੋ, ਬਿਲਕੁਲ। ਬਟ ਯੂ ਸ਼ੁੱਡ ਪਲੇ ਬੈਲੈਂਸਡ। ਤੁਹਾਨੂੰ ਡਿਫੈਂਸਿਵ ਸ਼ਾਟ ਖੇਲਣੇ ਪੈਣਗੇ ਉਸ ਕੇਸ 'ਚ। ਬਟ ਮੈਂ ਇਹ ਰਿਕਮੈਂਡ ਕਦੇ ਵੀ ਨਹੀਂ ਕਰ ਪਾਊਂਗਾ ਕਿ ਅਗਰ ਮੈਂ ਕਿਸੇ ਚੀਜ਼ ਦੀ ਨੌਲੇਜ ਨਹੀਂ ਰੱਖਦਾ ਤੇ ਮੈਂ ਜਾ ਕੇ ਹਰਡ ਮੈਂਟੈਲਿਟੀ ਨੂੰ ਫੋਲੋ ਕਰਕੇ ਆਪਣਾ ਰਿਸਕ ਲੈ ਲਵਾਂ। ਕ੍ਰਿਪਟੋ ਇਜ਼ ਵਨ ਆਫ ਦ ਐਗਜ਼ਾਮਪਲ। ਆਈ ਹੈਵ ਮਲਟੀਪਲ ਐਗਜ਼ਾਮਪਲਸ ਜਿੱਥੇ ਲੋਕਾਂ ਨੇ ਲਾਸ ਬਹੁਤ ਖਾਧਾ ਹੈ। ਸੋ ਮੇਰਾ ਕੌਨਫੀਡੈਂਸ ਖਤਮ ਹੋ ਜਾਏਗਾ ਅਗਰ ਮੈਂ ਲਾਸ ਖਾ ਗਿਆ ਜੀ। ਕੀ ਪਤਾ ਮੇਰੇ ਪੇਰੈਂਟਸ ਦੀ ਕਮੀ ਲਾਈਕ ਇਨਕਮ ਮੈਨੂੰ ਮਿਲੀ ਹੈ, ਐਨਸਿਸਟਰ ਪੈਸਾ ਮਿਲਿਆ, ਤਾਂ ਦਿਸ ਇਜ਼ ਅਗੇਨ ਅ ਪ੍ਰੋਬਲਮ ਏਰੀਆ। ਅੱਛਾ, ਇਨਵੈਸਟਿੰਗ ਲਈ ਅੱਜ ਕੱਲ੍ਹ ਬਹੁਤ ਸਾਰੀਆਂ ਚੀਜ਼ਾਂ ਆ ਚੁੱਕੀਆਂ। ਤੁਸੀਂ ਕ੍ਰਿਪਟੋ ਦੀ ਗੱਲ ਕੀਤੀ, ਸ਼ੇਅਰ ਮਾਰਕੀਟ, ਸਟਾਕ ਮਾਰਕੀਟ, ਟ੍ਰੇਡਿੰਗ ਬੜੀ ਮਤਲਬ ਸੌਖੀ ਹੋ ਚੁੱਕੀ ਹੈ, ਪਲੇਟਫਾਰਮ ਇੱਦਾਂ ਦੇ ਬਣ ਚੁੱਕੇ ਆ। ਅਤੇ ਉਸ ਤੋਂ ਬਾਅਦ ਜੋ ਟ੍ਰੈਡੀਸ਼ਨਲ ਚੱਲਦੇ ਆ ਰਿਹਾ, ਪ੍ਰੋਪਰਟੀ, ਗੋਲਡ ਅਤੇ ਆਪਣਾ FD ਵਗੈਰਾ, ਇਹ ਸਾਰੀਆਂ। ਸਟਾਰਟਿੰਗ ਕਿੱਥੋਂ ਕਰਨੀ ਚਾਹੀਦੀ ਹੈ ਸਾਨੂੰ? ਦੇਖੋ, ਸਟਾਰਟਿੰਗ ਜੋ ਹੈ ਆਪਾਂ ਨੂੰ ਉਸ ਜਗ੍ਹਾ ਤੋਂ ਕਰਨੀ ਚਾਹੀਦੀ ਹੈ ਕਿ ਜਿਸ ਚੀਜ਼ ਨੂੰ ਮੈਂ ਨਾਲ ਨਾਲ ਇਨਵੈਸਟ ਕਰਾਂ ਅਤੇ ਨਾਲ ਨਾਲ ਉਹਦੇ ਉੱਤੇ ਲਰਨਿੰਗ ਲਵਾਂ। ਮੈਂ ਅਗਰ ਗੱਲ ਕਰਾਂ, ਯੂ ਕੈਨ ਸਟਾਰਟ SIP ਫਰੋਮ ₹100 ਆਲਸੋ, ਓਕੇ। ਪਰ ਉਹਦੇ ਵਿੱਚ 2-3 ਫਾਇਦੇ ਜੋ ਮੈਨੂੰ ਫਿਲਹਾਲ ਦਿਖ ਰਹੇ ਨੇ ਅਗਰ ਮੈਂ ਸੇਫ ਖੇਲਣਾ ਹੈ। ਉਹਦੇ ਵਿੱਚ ਸਭ ਤੋਂ ਬੈਸਟ ਫਾਇਦਾ ਇਹ ਹੈ ਕਿ ਮੇਰਾ ਪੋਰਟਫੋਲੀਓ ਜੋ ਹੈ ਉਹ ਇੱਕ ਵੈਲ ਮੈਨੇਜਡ ਪੋਰਟਫੋਲੀਓ ਮੈਨੇਜਰ ਵੱਲੋਂ ਸੁਪਰਵਾਈਜ਼ ਹੋ ਰਿਹਾ ਜੀ, ਜਿਹਦੇ 'ਚ ਮੇਰਾ ਡਰ ਘੱਟ ਹੈ, ਉਹਦੀ ਐਕਸਪਰਟੀਜ਼ ਜ਼ਿਆਦਾ ਹੈ। ਅਗਰ ਗ੍ਰੈਜੂਅਲੀ ਮੈਂ ਉਹ 'ਚ ਇਨਵੈਸਟ ਕਰ ਰਿਹਾ 100, 1000, 2000 ਐਜ਼ ਪਰ ਮਾਈ ਪੋਕਟ, ਤਾਂ ਉਹ ਮੇਰਾ ਇੱਕ ਸਟਾਰਟਿੰਗ ਸਟੈਪ ਹੋ ਸਕਦਾ ਹੈ। ਰਿਸਕ ਜੱਜ ਕਰਨਾ ਇਜ਼ ਵੈਰੀ ਇੰਪੋਰਟੈਂਟ। ਸੋ ਸਾਡੇ ਕੋਲ ਕੁਝ ਇਸ ਤਰ੍ਹਾਂ ਦੇ ਕੁਐਸਚਨੀਅਰ ਨੇ ਜਿਹਦੇ ਵਿੱਚ ਅਸੀਂ ਰਿਸਕ ਜੱਜ ਕਰਕੇ ਉਹਨੂੰ ਰਿਕਮੈਂਡ ਕਰ ਸਕਦੇ ਹਾਂ ਕਿ ਤੁਸੀਂ SIP ਵਿੱਚ ਆ ਸਕਦੇ ਹੋ, ਤੁਸੀਂ ਆਪਣਾ ਪੋਰਸ਼ਨ ਥੋੜ੍ਹਾ ਜਿਹਾ FD 'ਚ ਲਗਾ ਸਕਦੇ ਹੋ ਅਗਰ ਸੇਫ ਇਨਵੈਸਟਮੈਂਟ ਵੱਲ ਜਾਣਾ ਹੈ, ਜਾਂ ਅਗਰ ਤੁਸੀਂ ਕਿਸੇ ਇਸ ਤਰ੍ਹਾਂ ਦੀ ਇਨਵੈਸਟਮੈਂਟ 'ਚ ਜਾਣਾ, ਅਗਰ ਉਹ ਸਟਾਕ ਹੀ ਹੈ ਫੋਰ ਐਗਜ਼ਾਮਪਲ, ਤਾਂ ਅੱਜ ਕੱਲ੍ਹ ਤਾਂ ਕੁਛ ਉਹ ਜਿਹੜੇ ਤੁਸੀਂ ਐਪਸ ਬੋਲ ਰਹੇ ਹੋ ਉਹਦੇ ਵਿੱਚ ਡੰਮੀ ਮਨੀ ਮਿਲ ਜਾਂਦੀ ਆਪਾਂ ਨੂੰ, ਬਿਲਕੁਲ ਜੀ, ਉੱਥੋਂ ਤੁਸੀਂ ਆਪਣੀ ਪ੍ਰੈਕਟਿਸ ਕਰ ਸਕਦੇ ਹੋ। ਬਟ ਆਈ ਐਮ ਪ੍ਰੋਕਿਊਰਿੰਗ ਯੂਅਰ ਲਾਸ ਬੇਸਿਕਲੀ, ਤਾਂ ਉਹ ਚੀਜ਼ ਲਰਨਿੰਗ ਦੇ ਰਹੀ ਹੈ, ਗ੍ਰੈਜੂਅਲੀ ਮੈਂ ਉਹਦੇ ਵਿੱਚ ਅੱਗੇ ਵਧ ਰਿਹਾ, ਤਾਂ ਡੈਫੀਨੇਟਲੀ ਆਈ ਐਮ ਸੇਫ। ਕੋਈ ਇੱਦਾਂ ਦੀਆਂ 3 ਟਿਪਸ ਜੋ ਸਾਨੂੰ ਸੇਵ ਕਰਦੇ ਟਾਈਮ ਜਾਂ ਫਿਰ ਮਨੀ ਮੈਨੇਜ ਕਰਦੇ ਟਾਈਮ ਯਾਦ ਰੱਖਣੀਆਂ ਚਾਹੀਦੀਆਂ? ਤਾਂ ਮੈਨੂੰ ਥੋੜ੍ਹਾ ਜਿਹਾ ਨਾ ਸਾਹਮਣੇ ਵਾਲੇ ਤੋਂ ਜ਼ਿਆਦਾ ਸਮਾਰਟ ਹੋਣਾ ਪਏਗਾ ਬਾਈ ਅਟੇਨਿੰਗ ਨੌਲੇਜ, ਨੰਬਰ 1। ਨੰਬਰ 2, ਮੈਨੂੰ ਥੋੜ੍ਹਾ ਜਿਹਾ ਪੇਸ਼ੈਂਸ ਵੀ ਰੱਖਣਾ ਪਏਗਾ, ਠੀਕ ਹੈ। ਥੋੜ੍ਹਾ ਜਿਹਾ ਲੱਕ ਵੀ ਕੰਮ ਕਰੇਗਾ ਇਸ ਕੇਸ 'ਚ ਮੇਰੇ ਅਕੋਰਡਿੰਗ, ਬਿਲਕੁਲ। ਚੈਰੀ ਔਨ ਦਾ ਕੇਕ, ਮੈਂ ਇਹ ਕਹਿਣਾ ਚਾਹੂੰਗਾ ਕਿ ਜੋ ਤੁਸੀਂ ਖਰਚਾ ਕਰਦੇ ਹੋ ਨਾ, ਆਪਾਂ ਵਰਤ ਸੁਣਿਆ, ਬਿਲਕੁਲ, ਤਾਂ ਆਪਾਂ ਵਰਤ ਰੱਖਦੇ ਹਾਂ। ਆਪਾਂ ਵਰਤ ਖਾਣੇ ਦਾ ਨਹੀਂ ਰੱਖਣਾ, ਆਪਾਂ ਵਰਤ ਰੱਖਣਾ ਖਰਚੇ ਦਾ, ਕਿ ਮੈਂ ਖਰਚਾ ਨਹੀਂ ਕਰਨਾ ਹੈਗਾ। ਤਾਂ ਅਗਰ ਮੈਂ ਉਹ ਵਰਤ 1 ਹਫ਼ਤੇ 'ਚ 1 ਵਾਰ ਰੱਖ ਲਿਆ, 15 ਦਿਨ 'ਚ 1 ਵਾਰ ਰੱਖ ਲਿਆ, ਤਾਂ ਇਹ ਮੈਨੂੰ ਫਾਈਨੈਂਸ਼ੀਅਲ ਪਲੇਟਫਾਰਮ 'ਤੇ ਇੱਕ ਡਿਸਿਪਲਿਨ ਪ੍ਰੋਵਾਈਡ ਕਰ ਰਿਹਾ ਹੈ। ਮੇਰਾ ਉਹ ਖਰਚਾ ਰੁਕ ਰਿਹਾ ਹੈ ਨਾ, ਤਾਂ ਮੇਰੀ ਹੈਬਿਟ ਡਿਵੈਲਪ ਹੋ ਰਹੀ ਹੈ। ਹੋ ਸਕਦਾ ਮੈਂ ਕਿਸੇ ਲਈ ਐਗਜ਼ਾਮਪਲ ਬਣ ਰਿਹਾ, ਇੰਸਪੀਰੇਸ਼ਨ ਬਣ ਰਿਹਾ ਫੈਮਿਲੀ ਲਈ। ਸੈਕਿੰਡ, ਮੇਰੇ ਕੋਲ ਕੋਈ ਵੀ ਅਗਰ ਮੈਂ ਸ਼ਾਪਿੰਗ ਕਰ ਰਿਹਾ, ਔਨਲਾਈਨ ਸ਼ਾਪਿੰਗ ਕਰ ਰਿਹਾ, ਤਾਂ ਉਹਨੂੰ ਇੱਕ ਇਨਕੋਗਨੀਟੋ ਮੋਡ 'ਤੇ ਕਰੋ ਨਾ, ਤਾਂ ਜਿਹੜੀਆਂ ਕੁਕੀਜ਼ ਮੈਨੂੰ ਦੁਬਾਰਾ ਰੀਟ੍ਰਿਗਰ ਕਰਦੀਆਂ ਨੇ, ਉਹ ਮੈਨੂੰ ਉਹੀ ਵਾਲੀ ਚੀਜ਼ ਦੁਬਾਰਾ ਓਵਰ ਪ੍ਰਾਈਸ ਵੈਲਿਊ 'ਤੇ ਨਹੀਂ ਦੇ ਸਕਦੀ, ਬਿਲਕੁਲ ਨਾ।
ਤੀਸਰਾ ਇੱਕ ਪੁਆਇੰਟ ਹੋਰ ਮੈਂ ਐਡ ਕਰੂੰਗਾ, ਉਹ ਇਹ ਹੈ ਕਿ ਇੱਕ ਟ੍ਰੈਡੀਸ਼ਨਲ ਪੁਆਇੰਟ ਚੱਲਦਾ ਆ ਰਿਹਾ ਕਿ ਮੈਨੂੰ ਇਨਕਮ ਆਈ, ਸਭ ਤੋਂ ਪਹਿਲਾਂ ਸੈਲਰੀ ਆਉਣ ਤੋਂ ਪਹਿਲਾਂ ਮੇਰਾ ਪਹਿਲਾ ਪਲਾਨ ਹੋ ਜਾਂਦਾ ਕਿ ਇੱਥੇ ਖਰਚਾ ਹੋਏਗਾ। ਬਿਲਕੁਲ ਜੀ। ਫਿਰ ਕੁਝ ਬਚੇਗਾ ਤਾਂ ਮਤਲਬ ਸੇਵਿੰਗ ਕਰ ਲਾਂਗੇ ਆਪਾਂ, ਹੈ ਨਾ। ਇਹਨੂੰ ਉਲਟਾ ਕਰਨਾ ਪਏਗਾ। ਮੇਰੇ ਕੋਲ ਇਨਕਮ ਆਈ, ਪਹਿਲਾਂ ਉਹਦੇ ਵਿੱਚੋਂ ਸੇਵਿੰਗ ਕਰੋ, ਜੋ ਬਚਿਆ ਫਿਰ ਐਕਸਪੈਂਸ ਮੈਨੇਜ ਕਰੋ, ਫਿਰ ਦੇਖੋ ਤੁਹਾਡੀ ਬਜਟਿੰਗ ਕਿਵੇਂ ਹੁੰਦੀ ਹੈ। ਓਕੇ। ਅੱਛਾ, ਅੱਜ ਦੇ ਟਾਈਮ 'ਤੇ ਬਹੁਤ ਸਾਰੇ ਲੋਕ, ਇੱਕ ਤਾਂ ਮੈਂ ਕਹਾਂ ਵੀ ਹਾਂਜੀ ਜੇ ਅਸੀਂ ਇਨਵੈਸਟ ਕਰਦੇ ਹਾਂ ਉਹਦਾ ਤਾਂ ਪ੍ਰੋਪਰ ਸਾਡੇ ਕੋਲ ਨੋਟਸ ਨੇ, ਬਟ ਖਰਚਿਆਂ ਦੇ ਨੋਟਸ ਨਹੀਂ ਹੁੰਦੇ ਸ਼ਾਇਦ, ਜਿਹਦੇ ਕਰਕੇ ਅਸੀਂ ਬਹੁਤ ਸਾਰੀਆਂ ਚੀਜ਼ਾਂ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਗੂਗਲ ਪੇ ਸਾਨੂੰ ਬੈਲੈਂਸ ਨਹੀਂ ਦਿਖਾਉਂਦਾ, ਕਿਉਂਕਿ ਖਰਚੇ ਤੋਂ ਬਾਅਦ ਜਿਹੜਾ ਬੈਲੈਂਸ ਸਾਡੇ ਕੋਲ ਬਚਦਾ ਹੈ ਨਾ, ਫਿਰ ਉਹ ਇੱਕ ਕ੍ਰੀਏਟ ਕਰਦਾ ਯੂਟਿਲਿਟੀ ਕਿ ਹਾਂ ਹੁਣ ਇਹ ਜ਼ਿਆਦਾ ਇੰਪੋਰਟੈਂਟ ਹੈ। ਇਹ ਕਿੰਨਾ ਕੁ ਜ਼ਿਆਦਾ ਜ਼ਰੂਰੀ ਹੈ? ਸਰ ਇਹ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਮੈਂ ਦੱਸਿਆ ਕਿ ਖਰਚਿਆਂ ਦੀ ਟਰੈਕਿੰਗ ਕਰਨੀ ਜ਼ਰੂਰੀ ਹੈ, ਮੈਨੂੰ ਨਹੀਂ ਲੱਗਦਾ ਕਿ ਮੇਰੇ ਕਹਿਣ ਤੋਂ ਬਾਅਦ ਵੀ ਇਹ ਚੀਜ਼ ਹੋ ਪਾਏਗੀ ਕਿ ਲੋਕ ਪੈਨ ਪੇਪਰ ਲੈ ਕੇ ਉਹਨੂੰ ਨੋਟ ਕਰਨਾ ਸ਼ੁਰੂ ਕਰ ਦੇਣਗੇ। ਇਟ ਇਜ਼ ਵੈਰੀ ਟਫ। ਹਾਂ, ਬਟ ਮੈਂ ਅਗਰ ਇਸ ਕੇਸ 'ਚ ਐਡ ਕਰਾਂ ਐਗਜ਼ਾਮਪਲ ਕ੍ਰੈਡਿਟ ਕਾਰਡ ਦੀ, ਤਾਂ ਕ੍ਰੈਡਿਟ ਕਾਰਡ ਇੱਕ ਇਹੋ ਜਿਹਾ ਟੂਲ ਹੈ ਜਿਹੜਾ ਮੇਰੇ ਲਈ ਆਟੋਮੈਟਿਕ ਇੱਕ ਰਾਈਟਰ ਦਾ ਕੰਮ ਕਰ ਰਿਹਾ ਹੈ। ਅਗਰ ਮੈਂ ਖਰਚਾ ਕ੍ਰੈਡਿਟ ਕਾਰਡ ਤੋਂ ਕਰ ਰਿਹਾ ਤਾਂ ਮੈਂ ਇੱਕ ਸਟੇਟਮੈਂਟ ਦੇਖ ਪਾਊਂਗਾ ਉਹਦੇ ਵਿੱਚ, ਠੀਕ ਹੈ ਨਾ। ਤਾਂ ਉਹ ਮੈਨੂੰ ਮੇਰੇ ਇੰਪਲਸਿਵ ਬਾਇੰਗ ਤੋਂ ਮੈਨੂੰ ਹਟਾਏਗਾ, ਕਿਉਂਕਿ ਪੈਸਾ ਤਾਂ ਮੈਂ ਹੀ ਦੇਣਾ, ਚਾਹੇ 40-50 ਦਿਨ ਬਾਅਦ ਦੇਣਾ ਹੈ। ਤਾਂ ਉਹ ਵਨ ਆਫ ਦਾ ਟੂਲ ਹੋ ਸਕਦਾ ਹੈ। ਦੂਸਰਾ ਮੈਂ ਬਜਟਿੰਗ ਐਪ ਦੀ ਗੱਲ ਕਰ ਰਿਹਾ। ਤੁਸੀਂ ਕਿਸੇ ਵੀ ਜਗ੍ਹਾ ਜਾ ਰਹੇ ਹੋ, ਡਰਾਈਵ ਕਰ ਰਹੇ ਹੋ, ਕੁਝ ਵੀ ਸਪੈਂਡ ਕਰ ਰਹੇ ਹੋ, ਐਵਰੀਬਡੀ ਵੀ ਆਰ ਔਨ ਦਾ ਮੋਬਾਈਲਸ, ਠੀਕ ਹੈ। ਉੱਥੇ ਇੱਕ ਸੈਕਿੰਡ ਦੇ ਵਿੱਚ ਸਿੰਗਲ ਐਂਟਰੀ ਕਰ ਲਓ, ਤੁਹਾਡੇ ਲਈ ਤੁਹਾਡਾ ਡਰਾਫਟ ਤਿਆਰ ਹੈ। ਬਿਲਕੁਲ ਜੀ। ਇੰਸ਼ੋਰੈਂਸ ਕਿੰਨੀ ਕੁ ਜ਼ਰੂਰੀ ਹੈ ਇੱਕ ਆਮ ਇਨਸਾਨ ਦੇ ਲਈ ਅੱਜ ਦੇ ਟਾਈਮ 'ਤੇ? ਮੈਂ ਇਹ ਕਹੂੰਗਾ ਕਿ ਇੰਸ਼ੋਰੈਂਸ ਤੋਂ ਹੀ ਸ਼ੁਰੂ ਕਰਨਾ ਚਾਹੀਦਾ ਹੈ। ਓਕੇ। ਇਸ ਲਈ ਕਿ ਰਿਸਕ ਇਜ਼ ਐਵਰੀਵੇਅਰ। ਲੋਕ ਕਹਿੰਦੇ ਨੇ ਕਿ ਮੈਂ ਡਰਾਈਵ ਕਰ ਰਿਹਾ, ਮੇਰੇ ਲਈ ਰਿਸਕ ਹੈ ਤਾਂ ਮੈਂ ਹੈਲਮਟ ਪਾ ਲੈਂਦਾ ਜੀ, ਮੈਂ ਗੱਡੀ ਚਲਾ ਰਿਹਾ, ਮੈਂ ਬੈਲਟ ਪਾ ਲੈਂਦਾ। ਕੀ ਇਸ ਕਮਰੇ 'ਚ ਰਿਸਕ ਨਹੀਂ ਹੈ? ਰਿਸਕ ਐਵਰੀਵੇਅਰ। ਬਿਲਕੁਲ ਜੀ। ਨਾਓ ਉਹ ਰਿਸਕ ਮੈਨੇਜ ਕਰਨਾ ਇਜ਼ ਵੈਰੀ ਇੰਪੋਰਟੈਂਟ। ਉਹਦੇ ਇੱਕ ਥਾਟ ਹੈ, ਉਹ ਥਾਟ ਇਹ ਕਹਿਣਾ ਚਾਹੁੰਦੀ ਹੈ ਕਿ ਜਦੋਂ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਤੁਹਾਨੂੰ 20% ਪੋਰਸ਼ਨ ਆਪਣਾ ਸੇਵਿੰਗ ਦੇ ਵਿੱਚ ਦੇਣਾ ਚਾਹੀਦਾ ਹੈ ਜੀ, ਮੈਂ ਉਹ ਸੇਵਿੰਗ 'ਚ ਦੇ ਰਿਹਾ, ਮੈਂ ਇੰਸ਼ੋਰੈਂਸ ਨਹੀਂ ਲਈ। ਹੁਣ ਉਹ ਸੇਵਿੰਗ ਦੀ ਇੰਸ਼ੋਰੈਂਸ ਕੌਣ ਕਰੇਗਾ? ਅਗਰ ਮੇਰਾ ਇੱਕ ਕਾਰਪਸ ਬਣ ਚੁੱਕਿਆ 25% ਬੇਸਿਸ ਤੇ 30% ਬੇਸਿਸ ਤੇ, ਜਿੰਨਾ ਮੈਂ ਖੁੱਲ ਕੇ ਸੇਵ ਕਰ ਸਕਦਾ ਜੀ, ਕਦੇ ਵੀ ਕੋਈ ਐਮਰਜੈਂਸੀ ਆਏਗੀ ਨਾ ਨਵਦੀਪ ਜੀ, ਉਹ ਸਾਰੀ ਸੇਵਿੰਗ ਇੱਕ ਝਟਕੇ 'ਚ ਨਿਕਲ ਜਾਏਗੀ। ਬਿਲਕੁਲ ਜੀ। ਤਾਂ ਮੈਨੂੰ ਆਪਣੀ ਸੇਵਿੰਗ ਨੂੰ ਪ੍ਰੋਟੈਕਟ ਕਰਨ ਲਈ ਸਭ ਤੋਂ ਪਹਿਲਾਂ ਇੰਸ਼ੋਰੈਂਸ ਹੀ ਲੈਣੀ ਪਏਗੀ। ਮੈਂ ਇਹ ਕਹਿਣਾ ਚਾਹੁੰਦਾ ਕਿ ਅਗਰ ਅੱਜ ਦੀ ਡੇਟ ਦੇ ਵਿੱਚ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਨੇ, ਮਾਰਕੀਟ 'ਚ ਅਵੇਲੇਬਲ ਨੇ, ਹੈ ਨਾ, ਜਿਹੜੇ ਅੱਛੇ ਪਲਾਨ ਲੈ ਕੇ ਆਈਆਂ ਹੋਈਆਂ ਨੇ, ਤਾਂ ਤੁਸੀਂ ਆਪਣਾ ਜੋ ਰਿਸਕ ਹੈ ਉਹਨੂੰ ਕਿਉਂ ਨਹੀਂ ਆਪਾਂ ਟ੍ਰਾਂਸਫਰ ਕਰ ਸਕਦੇ ਇੰਸ਼ੋਰੈਂਸ ਕੰਪਨੀ 'ਤੇ? ਬਿਲਕੁਲ। ਇਟ ਇਜ਼ ਐਨ ਅਰੇਂਜਮੈਂਟ। ਅਗਰ ਮੈਂ ਕਹਾਂ ਕਿ ਲੋਕਾਂ ਨੇ ਇਹ ਅਰੇਂਜਮੈਂਟ ਕੀਤਾ ਹੋਇਆ, ਨੋ, ਲੋਕ ਇੰਸ਼ੋਰੈਂਸ ਤੋਂ ਭੱਜਦੇ ਨੇ, ਬਟ ਲੋਕਾਂ ਨੂੰ ਇੰਸ਼ੋਰੈਂਸ ਦੀ ਇੰਪੋਰਟੈਂਸ ਸਮਝਣਾ ਪਏਗਾ। ਵੈਲਥ ਬਣਾ ਰਹੇ ਹੋ, ਠੀਕ ਹੈ, ਤਾਂ ਵੈਲਥ ਦੇ ਆਸੇ ਪਾਸੇ ਜੋ ਉਹਦੀ ਫੈਂਸਿੰਗ ਕਰਨੀ ਹੈ ਨਾ, ਉਹ ਇੰਸ਼ੋਰੈਂਸ ਹੀ ਕਰੇਗੀ, ਹੋਰ ਕੋਈ ਨਹੀਂ ਕਰ ਸਕੇਗਾ। ਠੀਕ ਹੈ ਜੀ। ਅੱਛਾ, ਅੱਜ ਦੇ ਟਾਈਮ 'ਤੇ ਰਿਸਕ ਮਤਲਬ ਕਹਿੰਦੇ ਆ ਨਾ ਵੀ ਜਿੱਥੇ ਜ਼ਿਆਦਾ ਰਿਸਕ ਆ ਉੱਥੇ ਰਿਟਰਨਸ ਵੀ ਹਾਈ ਮਿਲਦੇ ਜੀ ਸਰ। ਰਿਸਕ ਨੂੰ ਮੈਨੇਜ ਕਰਨਾ ਕਿੰਨਾ ਕੁ ਜ਼ਰੂਰੀ ਹੈ ਤੇ ਕਿੱਦਾਂ ਕਰ ਸਕਦੇ ਹਾਂ ਅਸੀਂ? ਸਰ ਰਿਸਕ ਮੈਨੇਜਮੈਂਟ ਦੇ ਵਿੱਚ ਅਗਰ ਸਿੰਗਲ ਲਾਈਨ ਐਡ ਕਰਾਂ ਆਡੀਅנס ਨੂੰ ਸਮਝਣ ਲਈ, ਤਾਂ ਰਿਸਕ ਮੈਨੇਜਮੈਂਟ ਮੈਂ ਉਸ ਲਈ ਕਰ ਰਿਹਾ ਕਿ ਮੇਰੇ ਪੈਸੇ ਦਾ ਲਾਸ ਨਾ ਹੋਵੇ। ਬਿਲਕੁਲ। ਸਿੰਗਲ ਲਾਈਨ ਸਟੇਟਮੈਂਟ ਜੀ। ਉਹਨੂੰ ਅਗਰ ਦੇਖੀਏ ਵੀ ਰਿਸਕ ਡੈਫੀਨੇਟਲੀ ਰਿਟਰਨ ਲੈ ਕੇ ਆਉਂਦਾ ਹੈ, ਰਿਸਕ ਤੋਂ ਬਿਨਾਂ ਰਿਟਰਨ ਵੀ ਨਹੀਂ ਮਿਲਦੀ ਜੀ, ਠੀਕ ਹੈ। ਔਰ ਰਿਸਕ ਹਰ ਚੀਜ਼ ਦੇ ਵਿੱਚ ਹੈ, ਮੈਂ ਬਿਜ਼ਨਸ ਕਰ ਰਿਹਾ ਉਹ 'ਚ ਵੀ ਰਿਸਕ ਹੈ, ਮੈਂ ਜੌਬ ਕਰ ਰਿਹਾ ਉਹ 'ਚ ਵੀ ਰਿਸਕ ਹੈ। ਤਾਂ ਰਿਸਕ ਇਨਵੈਸਟਮੈਂਟ ਦੇ ਵਿੱਚ ਅਗਰ ਥੋੜ੍ਹਾ ਅਸੀਂ ਲਿਬਰਲ ਹੋ ਕੇ ਲੈ ਲਈਏ, ਹੈ ਨਾ, ਤਾਂ ਡੈਫੀਨੇਟਲੀ ਉਹ ਸਾਨੂੰ ਰਿਟਰਨ ਪ੍ਰੋਡਿਊਸ ਕਰਕੇ ਦੇ ਸਕਦਾ ਹੈ ਜੀ। ਇਹਦਾ ਇੱਕ ਰਿਸ਼ਤਾ ਥੋੜ੍ਹਾ ਜਿਹਾ ਮੈਂ ਚਾਹ ਤੇ ਚੀਨੀ ਨਾਲ ਜੋੜ ਸਕਦਾ ਜੀ। ਅਗਰ ਮੈਂ ਚੀਨੀ ਚਾਹ ਦੇ ਵਿੱਚ ਜ਼ਿਆਦਾ ਪਾ ਦੂੰਗਾ ਤਾਂ ਮੈਂ ਡਾਇਬੀਟਿਕ ਹੋ ਜਾਊਂਗਾ। ਬਿਲਕੁਲ ਜੀ, ਹੈ ਨਾ। ਅਗਰ ਮੈਂ ਘੱਟ ਪਾ ਦੂੰਗਾ ਤਾਂ ਮੈਨੂੰ ਸਵਾਦ ਹੀ ਨਹੀਂ ਆਏਗਾ, ਬਟ ਮੈਨੂੰ ਥੋੜ੍ਹੀ ਚੀਨੀ ਤਾਂ ਪਾਣੀ ਪਏਗੀ ਤਾਂ ਹੀ ਟੇਸਟ ਆਏਗਾ ਨਾ। ਤਾਂ ਉਸੇ ਤਰ੍ਹਾਂ ਮੈਨੂੰ ਇਨਵੈਸਟਮੈਂਟ ਦੇ ਵਿੱਚ ਥੋੜ੍ਹਾ ਜਿਹਾ ਰਿਸਕ ਤਾਂ ਲੈਣਾ ਪਏਗਾ, ਹਲਕਾ ਜਿਹਾ ਲਿਬਰਲ ਹੋਣਾ ਪਏਗਾ ਮੈਨੂੰ, ਤਾਂ ਕਿ ਮੈਂ ਇੱਕ ਹੈਲਦੀ ਪੋਰਟਫੋਲੀਓ ਬਣਾਵਾਂ ਤੇ ਐਂਡ 'ਤੇ ਉਹ ਬੜਾ ਸਵਾਦ ਵਾਲਾ ਪੋਰਟਫੋਲੀਓ ਬਣੇ। ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਵੀ ਤੁਹਾਨੂੰ ਕੋਈ ਕਾਲਜ ਸਟੂਡੈਂਟ ਦੇਖ ਰਿਹਾ, ਫੋਰ ਐਗਜ਼ਾਮਪਲ ਉਹ ਆਪਣੇ 20s 'ਚ ਹੈ, ਮੋਰ ਦੈਨ 25 ਐਕਚੁਅਲੀ, ਹੈ ਨਾ, ਕਿਉਂਕਿ ਉਸ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਨਹੀਂ ਵੀ ਹਾਂਜੀ ਕੋਈ ਵਧੀਆ ਕਮਾ ਰਿਹਾ ਹੋਊਗਾ ਜਿਹੜਾ ਸੇਵ ਵੀ ਕਰ ਪਾਵੇ, ਇਨਵੈਸਟ ਕਰ ਪਾਵੇ, ਤੇ ਜਾਂ ਫਿਰ ਆਪਣੇ ਕੋਈ 50s ਦੇ ਵਿੱਚ ਹੈ। ਕਿਸੇ ਵੀ ਪਰਸਨ ਦੇ ਤੁਸੀਂ ਇੱਕ ਐਗਜ਼ਾਮਪਲ ਦੇ ਨਾਲ ਸਮਝਾ ਸਕਦੇ ਹੋ ਵੀ ਹਾਂਜੀ ਉਹਦੀ ਲਾਈਫ ਦੇ ਵਿੱਚ ਕਿੱਦਾਂ ਉਹਨੂੰ ਇਨਵੈਸਟ ਕਰਨਾ ਚਾਹੀਦਾ, ਕੀ ਖਰਚੇ ਉਹਨੂੰ ਡਿਵਾਈਡ ਕਰਨੇ ਚਾਹੀਦੇ ਆ? ਅਗਰ ਮੈਂ ਇਹ ਗੱਲ ਕਰਾਂ ਕਿ 20 ਈਅਰਸ ਵਾਲਾ ਬੱਚਾ ਅਗਰ ਕੋਈ ਹੈ ਤਾਂ ਸ਼ਾਇਦ ਉਹ ਮੇ ਬੀ ਪਾਕਟ ਮਨੀ ਦੇ ਉੱਤੇ ਹੋਏਗਾ। ਬਿਲਕੁਲ, ਹੈ ਨਾ, ਕਿਉਂਕਿ ਅੱਜ ਕੱਲ੍ਹ ਪੋਸਟ ਗ੍ਰੈਜੂਏਸ਼ਨਸ 21-22 ਸਾਲ ਤੋਂ ਬਾਅਦ ਕੰਪਲੀਟ ਹੁੰਦੀਆਂ ਨੇ, ਤਾਂ ਉਹ ਪਾਕਟ ਮਨੀ ਦੀ ਮੈਨੇਜਮੈਂਟ ਅਗਰ ਸਿੱਖ ਲੈਂਦਾ ਸਟਾਰਟਿੰਗ ਦੇ ਵਿੱਚ, ਅਗੇਨ ਉਹ 50-30-20 ਫਾਰਮੂਲਾ ਦੇ ਅਕੋਰਡਿੰਗ ਜੋ ਆਪਾਂ ਗੱਲ ਕਰਕੇ ਆਏ ਹਾਂ, ਤਾਂ ਉਹ ਇੱਕ ਬੜੀ ਈਜ਼ੀ ਗੋਇੰਗ ਮਤਲਬ ਫਾਈਨੈਂਸ਼ੀਅਲ ਫਰਦਰ ਜਰਨੀ ਵਾਸਤੇ ਆਪਣਾ ਪਹਿਲਾ ਸਟੈਪ ਰੱਖ ਰਿਹਾ। ਨਾਓ
ਹੁਣ ਮੈਂ ਇੱਕ ਚੀਜ਼ ਦੇ ਇੱਥੇ ਐਗਜ਼ਾਮਪਲ ਦਿੰਦਾ, ਉਹ ਏਜ ਇਹੋ ਜਿਹੀ ਹੁੰਦੀ ਹੈ, ਜਿਹੜੀ ਮੈਂ ਇੱਕ ਵਰਡ ਯੂਜ਼ ਕੀਤਾ ਸੀ, ਬੜੀ ਚੰਚਲ ਜਿਹੀ ਏਜ ਹੁੰਦੀ ਹੈ, ਕਿਸੇ ਨੂੰ ਦੇਖ ਕੇ ਮੈਂ ਜਲਦੀ ਇਨਫਲੂਐਂਸ ਹੋ ਜਾਂਦਾ। ਬਿਲਕੁਲ। ਅਗਰ ਉਹ ਪਰਸਨ ਨੇ, ਉਹ ਸਟੂਡੈਂਟ ਨੇ ਆਈਫੋਨ ਬਾਏ ਕੀਤਾ, ਮੈਂ ਵੀ ਆਈਫੋਨ ਬਾਏ ਕਰਨਾ ਹੈ, ਤਾਂ ਮੈਨੂੰ ਇਹ ਲੱਗਦਾ ਕਿ ਅੱਜ ਕੱਲ੍ਹ ਆਈਫੋਨ ਵੀ ਬਹੁਤ ਮਹਿੰਗੇ ਨੇ, 1.5 ਲੱਖ ਦੇ ਆਈਫੋਨ ਨੇ। For buying that iPhone, I have to sell my kidney. This is for sure. बिल्कुल, है ना। तो मैंने कितों ना कितों पैसा लेके आना पड़ेगा, चाहे मैं अपनी स्कूटी ਨੂੰ ਲਿਕੁਇਡੇਟ ਕਰਾਂ, ਚਾਹੇ ਮੈਂ ਪਾਪਾ ਦੀ ਆਪਣੀ ਪਾਕਟ ਮਨੀ ਨੂੰ ਲਿਕੁਇਡੇਟ ਕਰਾਂ। ਠੀਕ ਹੈ, ਬੱਚੇ ਵਾਸਤੇ ਆਪਾਂ ਇਹ ਚੀਜ਼ ਕਰ ਵੀ ਦਿੰਦੇ ਆ, ਬਟ ਸਮਹਾਉ ਸਾਨੂੰ ਬੱਚੇ ਨੂੰ ਟੀਚ ਕਰਨਾ ਚਾਹੀਦਾ ਹੈ। ਔਰ ਉਹਦਾ ਇੱਕ ਛੋਟਾ ਜਿਹਾ ਇਨਵੈਸਟਮੈਂਟ ਪਾਰਟ ਅਗਰ ਅਸੀਂ ਉਹਨੂੰ ਸਮਝਾ ਕੇ ਯੂਜ਼ ਕਰਕੇ, ਉਹਦਾ ਐਂਡ ਬੈਨੀਫਿਟ ਦਿਖਾ ਕੇ ਉਹਦੀ ਗੋਲ ਸੈਟਿੰਗ ਉੱਥੋਂ ਕਰਦੇ ਆ ਕਿ ਬੇਟਾ ਇਹ ਚੀਜ਼ ਅਗਰ ਅੱਜ ਮੈਂ ਤੇਰੇ ਲਈ ਇਨਵੈਸਟ ਕੀਤੀ ਹੈ ਤਾਂ ਉਹਦੇ ਆ ਰੈਸ਼ਨਲਸ ਨੇ, ਤਾਂ ਸ਼ਾਇਦ ਉਹ ਉਸ ਚੀਜ਼ ਨਾਲ ਸਟਿਕ ਰਹੇਗਾ, ਚਾਹੇ ਉਹ 100 ਰੁਪਏ ਦੀ SIP ਤੋਂ ਸ਼ੁਰੂ ਕਰ ਦੇ। ਠੀਕ ਹੈ ਨਾ। ਤਾਂ ਪੋਕਟ ਮਨੀ ਦੇ ਵਿੱਚੋਂ ਵੀ ਮੈਂ ਚਾਹੁੰਦਾ ਕਿ ਅਗਰ ਉਹ ਅਰਲੀ ਏਜ ਇਹਨਾਂ ਚੀਜ਼ਾਂ ਨੂੰ ਕਰਨਾ ਸ਼ੁਰੂ ਕਰ ਦੇਗਾ ਤਾਂ 40s ਦੇ ਵਿੱਚ ਜਾ ਕੇ, 50s ਦੇ ਵਿੱਚ ਜਾ ਕੇ ਉਹ ਕਦੇ ਪ੍ਰੋਬਲਮ ਫੀਲ ਨਹੀਂ ਕਰੇਗਾ। ਹੁਣ ਤੱਕ ਟੋਟਲ ਕਿੰਨੇ ਸਟੂਡੈਂਟਸ ਨੇ ਜੋ ਤੁਹਾਡੇ ਤੋਂ ਸਿੱਖ ਚੁੱਕੇ ਨੇ? ਅਰਾਊਂਡ 1000 ਪਲੱਸ ਮੈਂ ਸਟੂਡੈਂਟਸ ਨੂੰ ਆਲਰੇਡੀ ਟੀਚ ਕਰ ਚੁੱਕਿਆ। ਠੀਕ ਹੈ ਜੀ। ਫਰਮ ਦ ਵੇ ਆਫ ਆਨਲਾਈਨ ਮੋਡ ਔਰ ਆਫਲਾਈਨ ਮੋਡ ਜੀ, ਅਕ੍ਰੋਸ ਇੰਡੀਆ ਮੈਂ ਇਹਦੀ ਕਵਰੇਜ ਦੇ ਚੁੱਕਿਆ। ਠੀਕ ਹੈ ਜੀ। ਠੀਕ ਹੈ ਸਰ। ਐਂਡ ਇਨ ਵਰਕਸ਼ਾਪਸ, ਵੈਬੀਨਾਰ, ਆਫਲਾਈਨ ਸੈਸ਼ਨਸ, ਤਾਂ ਇਹ ਆਲਰੇਡੀ ਮੈਂ ਇਹਨਾਂ ਨੂੰ ਇਸ ਫਾਈਨੈਂਸ਼ੀਅਲ ਲਿਟਰੇਸੀ ਟੌਪਿਕ ਤੇ ਗਾਈਡੈਂਸ ਦੇ ਚੁੱਕਿਆ। ਕੋਈ ਇੱਦਾਂ ਦਾ ਮੂਵਮੈਂਟ, ਕੋਈ ਇੱਦਾਂ ਦਾ ਕਿੱਸਾ ਜਿਹਦਾ ਤੁਸੀਂ ਸਟੂਡੈਂਟਸ ਨੂੰ ਨੋਟਸ ਦਿੱਤੇ ਸੀ ਬਣਾਉਣ ਦੇ ਲਈ, ਹੈ ਨਾ, ਇੰਪਲਸ ਡਿਸੀਜ਼ਨਸ ਦੇ ਲਈ, ਕੁਛ ਇੱਦਾਂ ਦਾ ਕੋਈ ਮੂਵਮੈਂਟ ਸ਼ੇਅਰ ਕਰਨਾ ਚਾਹੋ, ਕਿਸੇ ਦਾ ਹੀ ਕੋਈ ਪਰਸਨਲ ਫਾਈਨਾਂਸਿਸ ਨੂੰ ਤੁਸੀਂ ਮੈਨੇਜ ਕੀਤਾ ਹੋਵੇ ਜੋ ਕਿ ਬਹੁਤ ਜ਼ਿਆਦਾ ਕੰਪਲਿਕੇਟਡ ਹੋਣ, ਕੁਛ ਤੁਸੀਂ ਸ਼ੇਅਰ ਕਰਨਾ ਚਾਹੋ? ਹਾਂ, ਡੈਫੀਨੇਟਲੀ। ਉਹਨਾਂ ਦਾ ਐਕਚੁਅਲੀ ਕੀ ਸੀਗਾ ਕਿ ਅਗਰ ਮੰਨ ਲਓ ਲੈਟਸ ਸੇ ਮੈਂ ਕਿਸੇ ਸਟੂਡੈਂਟ ਦੀ ਐਗਜ਼ਾਮਪਲ ਲਵਾਂ, ਤਾਂ ਸਟੂਡੈਂਟ ਕੈਟੇਗਰੀ 'ਚ ਤਾਂ ਸ਼ਾਇਦ ਨਹੀਂ ਹੈ, ਮੇਰੀ ਕਸਟਮਰ ਕੈਟੇਗਰੀ 'ਚੋਂ ਨਿਕਲ ਸਕਦਾ ਉਹ ਕਸਟਮਰ। ਉਹਨਾਂ ਲਈ ਇਸ ਤਰ੍ਹਾਂ ਹੋ ਰਿਹਾ ਸੀਗਾ ਕਿ ਐਵਰੀ ਟਾਈਮ ਵਿਦ ਦ ਇਨਫਲੂਐਂਸ ਆਫ ਇੰਸਟੀਟਿਊਸ਼ਨਸ, ਚਾਹੇ ਉਹ ਬੈਂਕ ਨੇ, ਇੰਸ਼ੋਰੈਂਸ ਕੰਪਨੀ, ਕੁਝ ਵੀ ਹੈ, ਉਹ ਇੱਕ ਹੀ ਪ੍ਰੋਡਕਟ ਬਾਏ ਕਰ ਰਹੇ ਸੀਗੇ। ਬਾਰ-ਬਾਰ ਉਹ ਇੱਕ ਚੀਜ਼ ਦੇ ਉੱਤੇ ਹੀ ਆ ਰਹੇ ਸੀਗੇ ਕਿ ਮੈਂ ਇੰਸ਼ੋਰੈਂਸ ਹੀ ਬਾਏ ਕਰ ਰਿਹਾ, ਤਾਂ ਮੈਂ ਆਪਣੇ ਇੰਸ਼ੋਰੈਂਸ ਨਾਲ ਸਾਰੀਆਂ ਚੀਜ਼ਾਂ ਪ੍ਰੋਟੈਕਟ ਕਰ ਰਿਹਾ। ਮੈਨੂੰ ਇੱਦਾਂ ਲੱਗਦਾ ਹੈ ਕਿ ਇੰਸ਼ੋਰੈਂਸ ਠੀਕ ਹੈ, ਬਹੁਤ ਜ਼ਰੂਰੀ ਹੈ, ਬਟ ਪ੍ਰੋਟੈਕਸ਼ਨ ਪੁਆਇੰਟ ਅਗਰ ਮੇਰਾ ਟੇਕਨ ਕੇਅਰ ਹੋ ਗਿਆ ਨਾ, ਤਾਂ ਮੈਨੂੰ ਦੂਸਰੀ ਡਾਈਵਰਸਿਫਿਕੇਸ਼ਨ ਵੱਲ ਜਾਣਾ ਚਾਹੀਦਾ ਹੈ। ਆਈ ਹੈਵ ਟੂ ਟੇਸਟ ਮਲਟੀਪਲ ਐਸੈਟ ਕਲਾਸ ਟੇਸਟ। ਤਾਂ ਇਹਦੇ ਲਈ ਰਿਲੇਟਡ ਐਗਜ਼ਾਮਪਲ ਤਾਂ ਇਹੀ ਹੈ ਜੋ ਅੱਜ ਕੱਲ੍ਹ ਸਾਰੇ ਐਕਸਪਰਟ ਬੋਲਦੇ ਨੇ ਕਿ ਵੀ ਸ਼ੁੱਡ ਨਾਟ ਪੁੱਟ ਆਲ ਐਗਸ ਇਨ ਵਨ ਬਾਸਕਟ। ਤਾਂ ਉਹਨਾਂ ਚੀਜ਼ਾਂ ਤੋਂ ਬਾਅਦ ਜਦੋਂ ਉਹਨਾਂ ਦਾ ਮੈਂ ਰਿਵਿਊ ਕੀਤਾ ਪੋਰਟਫੋਲੀਓ ਦਾ, ਇਹ ਚੀਜ਼ਾਂ ਦੇ ਵਿੱਚ ਕੁਝ ਕਮੀਆਂ ਕੱਢੀਆਂ ਕਿ ਤੁਹਾਡਾ ਇੱਕ ਐਸੈਟ ਕਲਾਸ ਪੈਸਾ ਜਾ ਰਿਹਾ ਜੋ ਤੁਹਾਨੂੰ ਕੁਝ ਖਾਸ ਡੈਲਟਾ ਨਹੀਂ ਦੇ ਰਿਹਾ, 6-7% ਦੀ IRR ਦੇ ਰਿਹਾ ਹੈ, ਤਾਂ ਫਰਦਰ ਸਾਡੇ ਕੋਲ ਹੋਰ ਆਪਸ਼ਨਸ ਨੇ ਜੋ ਸਾਡੀ ਇਨਫਲੇਸ਼ਨ ਨੂੰ ਬੀਟ ਕਰ ਰਹੇ ਨੇ। ਅਗਰ ਅੱਜ ਮੈਂ ਕੋਈ 100 ਰੁਪਏ ਦੀ ਚੀਜ਼ ਬਾਏ ਕਰ ਰਿਹਾ ਤੇ ਮੇਰਾ ਇਨਫਲੇਸ਼ਨ ਰੇਟ 6% ਹੈ, ਤਾਂ ਨੈਕਸਟ ਈਅਰ 106 ਰੁਪਏ ਦੀ ਹੋ ਜਾਏਗੀ। ਬਿਲਕੁਲ ਜੀ। ਬਟ ਅਗਰ ਮੈਂ ਪ੍ਰੋਡਕਟ ਹੀ 6% ਵਾਲਾ ਬਾਏ ਕਰ ਰਿਹਾ ਤਾਂ ਮੈਂ ਆਪਣੀ ਵੈਲਿਊ ਆਪ ਹੀ ਡਾਊਨ ਕਰ ਰਿਹਾ ਆਪਣੇ ਪੈਸੇ ਦੀ। ਬਿਲਕੁਲ ਜੀ। ਤਾਂ ਮੈਂ ਲਾਸ 'ਚ ਜਾ ਰਿਹਾ। ਤਾਂ ਉਹਨੂੰ ਗਾਈਡ ਕਰਨਾ ਵਾਸ ਦਾ ਮੇਨ ਕੀ, ਜਿਹਦੇ ਵਿੱਚ ਮੈਂ ਗਾਈਡ ਕੀਤਾ, ਤੇ ਉਹ ਤੋਂ ਬਾਅਦ ਉਸ ਕਸਟਮਰ ਨੂੰ ਮਲਟੀਫੋਲਡ ਰਿਜ਼ਲਟਸ ਆਏ। ਅੱਜ ਉਸ ਚੀਜ਼ ਦੇ ਨਾਲ ਮੇਰੇ ਹੋਰ ਵੀ ਬਹੁਤ ਸਾਰੇ ਕਸਟਮਰ ਨੇ ਜੋ ਮੇਰੇ ਤੋਂ ਬਹੁਤ ਖੁਸ਼ ਨੇ, ਇਹਨਾਂ ਸਰਵਿਸਿਜ਼ ਤੋਂ ਬਹੁਤ ਜੁੜੇ ਹੋਏ ਨੇ ਫਾਈਨੈਂਸ਼ੀਅਲ ਐਡਵਾਈਜ਼ਰੀ ਦੇ ਫਾਰਮ 'ਚ। ਐਂਡ ਆਈ ਐਮ ਆਲਸੋ ਫੀਲਿੰਗ ਪ੍ਰਿਵਿਲੇਜ ਕਿ ਕਿਤੇ ਨਾ ਕਿਤੇ ਮੈਂ ਕਿਸੇ ਦੀ ਲਾਈਫ 'ਚ ਕੁਛ ਨੋਬਲ ਕਾਜ਼ ਐਡ ਕਰ ਰਿਹਾ। ਗਵਰਨਮੈਂਟ ਜੋਬਸ ਤੋਂ ਇਲਾਵਾ ਨਾ ਸਾਡੇ ਲੋਕ ਪੈਨਸ਼ਨ ਵਰਡ ਨੂੰ ਸਮਝਦੇ ਨਹੀਂ ਆ, ਉਹਨਾਂ ਨੂੰ ਲੱਗਦਾ ਕਿ ਪੈਨਸ਼ਨ ਸਿਰਫ ਉੱਥੇ ਹੁੰਦੀ ਹੈ, ਬਾਕੀ ਕਿਤੇ ਪੈਨਸ਼ਨ ਨਹੀਂ ਹੋ ਸਕਦੀ। ਯੈਸ ਸਰ। ਇੱਕ ਆਮ ਬੰਦਾ ਪ੍ਰਾਈਵੇਟ ਜੌਬ ਕਰ ਰਿਹਾ ਜਾਂ ਫਿਰ ਆਪਣਾ ਕੁਝ ਪਰਸਨਲ ਵੀ ਕੁਝ ਵੀ ਕਰ ਰਿਹਾ, ਚਾਹੇ ਫ੍ਰੀਲਾਂਸਰ ਹੈ, ਉਹ ਆਪਣੀ ਪੈਨਸ਼ਨ ਸੈੱਟ ਕਰ ਸਕਦਾ? ਯੈਸ। ਕਿਸ ਤਰੀਕੇ ਨਾਲ? ਸੋ ਸਰ ਉਹਦੇ 'ਚ ਮੈਂ ਕੀ ਐਡ ਕਰਨਾ ਚਾਹੂੰਗਾ ਕਿ ਲੇਟੈਸਟ ਤੁਹਾਨੂੰ ਸ਼ਾਇਦ ਪਤਾ ਹੋਏਗਾ ਕਿ ਵੀ ਹੈਵ ਬਿਕਮ 4th ਲਾਰਜੈਸਟ ਇਕੋਨਮੀ ਇਨ ਦ ਵਰਲਡ। ਜੀ। ਵੀ ਹੈਵ ਰੀਸੈਂਟਲੀ ਸਰਪਾਸਡ ਜਾਪਾਨ। ਜੀ। ਬਟ ਮੈਨੂੰ ਇੱਦਾਂ ਲੱਗਦਾ ਕਿ ਜਾਪਾਨ ਨੂੰ ਅਗਰ ਆਪਾਂ ਕੰਪੇਅਰ ਕਰੀਏ ਆਪਣੇ ਇੰਡੀਆ ਨਾਲ, ਸਾਡੇ ਕੋਲ ਤਾਂ ਕੋਈ ਆਨਸਰ ਹੀ ਨਹੀਂ ਉਹਦਾ। ਬਿਲਕੁਲ। ਔਰ ਇਸ ਕੇਸ ਦੇ ਵਿੱਚ ਅਗਰ ਮੈਂ ਦੇਖਾਂ ਕਿ ਫਾਈਨੈਂਸ਼ੀਅਲ ਸਿਕਿਉਰਿਟੀ ਦੀ ਗੱਲ ਕਰਾਂ, ਸੋਸ਼ਲ ਸਿਕਿਉਰਿਟੀ ਦੀ ਗੱਲ ਕਰਾਂ, ਤਾਂ ਸਾਡੇ ਕੋਲ ਸੋਸ਼ਲ ਸਿਕਿਉਰਿਟੀ ਹੈ ਕੀ? ਅਗਰ ਮੈਂ ਆਪਣੀ ਰਿਟਾਇਰਮੈਂਟ ਦੇ ਵਿੱਚ ਜਾਊਂਗਾ ਤਾਂ ਮੇਰੇ ਕੋਲ ਤਾਂ ਇੱਕ ਆਪਸ਼ਨ ਹੈ ਜੋ ਸਰਕਾਰ ਵੱਲੋਂ ਮੈਨੂੰ ਦਿੱਤੀ ਗਈ ਹੈ, ਅਟਲ ਪੈਨਸ਼ਨ ਯੋਜਨਾ। ਉਹਦੇ ਵਿੱਚ ਉਹ ਕੀ ਦੇ ਰਹੇ ਨੇ? ਹਾਈਐਸਟ ਜੋ ਮੰਥਲੀ ਮੈਨੂੰ ਮਿਲੇਗਾ ਨਾ ਉਹ 5000 ਹੋਏਗਾ ਨਵਦੀਪ ਜੀ। ਓਨਲੀ? ਯੈਸ। ਕੀ ਹੋਣਾ 5000 'ਚ? ਪਲੀਜ਼ ਚੈੱਕ ਕਰੋ। ਇਟ ਇਜ਼ ਨਥਿੰਗ। ਪੁਆਇੰਟ ਇਹ ਹੈ ਕਿ ਅੱਜ ਉਹਦੇ ਸਾਹਮਣੇ ਬਹੁਤ ਸਾਰੇ ਪ੍ਰੋਡਕਟ ਟ੍ਰਿਗਰ ਹੋ ਚੁੱਕੇ ਨੇ ਜੋ ਸਾਹਮਣੇ ਪਹੁੰਚ ਹੀ ਨਹੀਂ ਰਹੇ ਕਸਟਮਰ ਦੇ। ਚਾਹੇ ਮੈਂ ਉਹਨੂੰ ਨੈਸ਼ਨਲ ਪੈਨਸ਼ਨ ਸਿਸਟਮ ਦਾ ਨਾਮ ਦੇ ਦੇਵਾਂ ਜੋ ਕਿ ਰੀਡਿਫਾਈਨਡ ਵਰਜ਼ਨ ਹੈ, ਜਿਹਦੇ ਵਿੱਚ ਪੈਸਾ ਕੁਝ ਪੋਰਸ਼ਨ 'ਚ ਇਕੁਇਟੀ ਵਿੱਚ ਵੀ ਜਾਂਦਾ ਹੈ, ਔਰ ਇਕੁਇਟੀ ਇਜ਼ ਲਾਈਕ ਗਿਵਿੰਗ ਮੀ ਬੈਟਰ ਡੈਲਟਾ, ਹੈ ਨਾ, ਡੈਟ ਮਾਰਕੀਟ ਦੇ ਅੱਗੇ। ਇਸੇ ਤਰ੍ਹਾਂ PPF ਹੈ, ਬੜੀ ਸਿਕਿਉਰਡ ਇਨਵੈਸਟਮੈਂਟ ਹੈ। PPF ਦੇ ਵਿੱਚ ਅਗਰ ਮੈਂ ਜਾ ਰਿਹਾ ਤਾਂ ਮੈਂ 15 ਸਾਲ ਲਈ ਪੈਸਾ ਇਨਵੈਸਟ ਕਰੂੰਗਾ ਔਰ ਜੋ ਮੈਨੂੰ ਰਿਟਰਨ ਆਏਗੀ ਦੈਟ ਇਜ਼ ਟੈਕਸ ਫ੍ਰੀ। ਓਕੇ। ਸੋ ਇਹ ਟੈਕਸ ਫ੍ਰੀ ਰਿਟਰਨ ਮੇਰੇ ਲਈ ਕੋਈ ਬਰਡਨ ਨਹੀਂ ਹੈ ਕਿ ਮੈਂ ਗਵਰਨਮੈਂਟ ਨੂੰ ਪੈਸਾ ਦੇਣਾ ਹੈ ਨਾ। ਔਰ ਅਗਰ ਮੈਂ 30% ਦੀ ਸਲੈਬ ਚਾਹਨਾ ਔਰ ਕਰੰਟ ਰੇਟ ਉਹਦਾ ਮੰਨ ਲਓ 7.1% ਹੈ ਜੀ, ਤਾਂ ਮੈਂ ਤਕਰੀਬਨ 10.34% ਗੇਨ ਲੈ ਰਿਹਾ ਇੱਕ ਸਿਕਿਉਰਡ ਸੋਵਰੀਅਨ ਪ੍ਰੋਡਕਟ ਤੋਂ, ਜੋ ਮਤਲਬ ਗਵਰਨਮੈਂਟ ਵੱਲੋਂ ਬੈਕਡ ਹੈ। ਤਾਂ ਇਹਨਾਂ ਚੀਜ਼ਾਂ ਵੱਲ ਸਾਨੂੰ ਆ ਜਾਣਾ ਚਾਹੀਦਾ, ਆਈ ਥਿੰਕ ਸੋ। ਬਿਲਕੁਲ। ਇੰਸ਼ੋਰੈਂਸ ਪਲਾਨ ਵੀ ਦਿੰਦੇ ਨੇ, ਐਨੂਟੀਜ਼,
ਮੈਂ ਇਹ ਗੱਲ ਕਰੂੰਗਾ ਅਗਰ ਮੈਂ 55 ਦੇ ਵਿੱਚ ਹਾਂ ਜੀ, ਅਗਰ 55 ਤੋਂ ਅੱਗੇ ਮੇਰੇ ਕੋਲ 5 ਸਾਲ ਰਹਿ ਗਏ ਜੌਬ ਕਰਨ ਲਈ, ਫॉर ਐਗਜ਼ਾਮਪਲ ਅਗਰ ਮੈਂ 60 ਈਅਰ ਦੀ ਰਿਟਾਇਰਮੈਂਟ ਸਰਵਿਸ ਮੰਨ ਕੇ ਚੱਲ ਲੈਂਦਾ, ਤਾਂ ਉਹ ਜਿਹੜੇ ਕਸਟਮਰ ਨੇ ਨਾ, ਉਹ ਜਿਹੜਾ ਸੈਗਮੈਂਟ ਹੈ ਉਹ ਬੇਸਿਕਲੀ ਇਸ ਤਰ੍ਹਾਂ ਦੇ ਐਡਵਾਈਜ਼ਰਸ ਨੂੰ ਹੀ ਲੱਭ ਰਹੇ ਨੇ ਕਿ ਕੋਈ ਆ ਕੇ ਸਾਨੂੰ ਦੱਸੇ ਕਿ ਅਸੀਂ 5 ਸਾਲ ਬਾਅਦ ਰਿਟਾਇਰ ਹੋਣਾ, ਸਾਨੂੰ 2-3 ਕਰੋੜ ਰੁਪਏ ਮਿਲਣਾ ਹੈ ਤੇ ਸਾਨੂੰ ਇੱਕ ਇਨ ਹੈਂਡ ਕੀ ਮਿਲੇਗਾ ਐਨੂਟੀ ਫਾਰਮ ਦੇ ਵਿੱਚ ਫਿਕਸ, ਜੋ ਮੇਰੇ ਕੋਲ ਹੱਥ 'ਚ ਆਏਗਾ। ਬਿਕੋਜ਼ ਇਹ ਜੋ 골ਡਨ ਈਅਰ ਨੇ ਨਾ, ਇਹ 골ਡਨ ਈਅਰ ਤੇ ਮੈਂ ਕਿਸੇ ਤੇ ਟਰਸਟ ਨਹੀਂ ਕਰ ਸਕਦਾ ਕਿ ਮੇਰਾ ਬੇਟਾ ਮੈਨੂੰ ਪਾਲ ਦੇਗਾ ਜਾਂ ਮੇਰੀ ਉਸ ਟਾਈਮ ਦੀ ਹੈਲਥ ਨੂੰ ਸਾਰਾ ਮੇਰੇ ਰਿਲੇਟਿਵ ਸੰਭਾਲ ਲੈਣਗੇ। ਉਹਦੇ ਲਈ ਮੈਨੂੰ ਅੱਜ ਹੀ ਸਟੈਪ ਲੈਣਾ ਪਏਗਾ। ਬਿਲਕੁਲ ਜੀ। ਤਾਂ ਐਨੂਟੀ ਫਾਰਮਸ ਆ ਗਏ, ਮੈਂ ਐਨਪੀਐਸ ਦੱਸਿਆ ਜਾਂ ਪੀਪੀਐਫ, ਸੋ ਥੀਸ ਆਰ ਦਾ ਮਲਟੀਪਲ ਮਤਲਬ ਆਪਸ਼ਨਸ ਟੂ ਚੂਜ਼। ਵੈਲ, ਬਹੁਤ ਸਾਰੇ ਕਸਟਮਰਸ ਹੋਣਗੇ ਤੇ ਬਹੁਤ ਸਾਰੇ ਸਟੂਡੈਂਟਸ ਹੋਣਗੇ ਜਿਨ੍ਹਾਂ ਨੂੰ ਤੁਹਾਡੇ ਵਰਗੇ ਐਜੂਕੇਸ਼ਨਲ ਟੀਚਰ ਚਾਹੀਦੇ ਤੇ ਐਜੂਕੇਸ਼ਨਲ ਐਡਵਾਈਜ਼ਰ ਚਾਹੀਦੇ, ਉਹ ਤੁਹਾਨੂੰ ਆਨਲਾਈਨ ਆਫਲਾਈਨ ਕਿੱਥੇ ਕੰਟੈਕਟ ਕਰ ਸਕਦੇ ਆ? ਮੇਰੇ ਕੋਲ ਲਾਈਕ ਆਈ ਵਿਲ ਸ਼ੇਅਰ ਮਾਈ WhatsApp ਨੰਬਰ ਹੈ ਨਾ ਇਨ ਦਾ ਡਿਸਕ੍ਰਿਪਸ਼ਨ, ਤੋ ਉਸ ਦੇ ਥਰੂ ਉਹ ਮੈਨੂੰ ਕੰਟੈਕਟ ਕਰ ਸਕਦੇ ਨੇ, ਮੈਨੂੰ ਪਿੰਗ ਕਰ ਸਕਦੇ ਨੇ। ਉਹਦੇ ਬੇਸਿਸ ਤੇ ਲਾਈਕ ਵੀ ਕੈਨ ਗਾਈਡ them, ਵੀ ਕੈਨ ਹੈਲਪ them ਆਊਟ। ਤੇ ਜਿਹੜੇ ਸਟੂਡੈਂਟਸ ਨੇ, ਤੁਸੀਂ ਉਹਨਾਂ ਨੂੰ ਇੰਡੀਵਿਜੂਅਲੀ ਟੀਚ ਕਰਦੇ ਹੋ ਜਾਂ ਫਿਰ ਤੁਹਾਡੇ ਸੈਸ਼ਨਸ ਹੁੰਦੇ ਨੇ ਕਿਸ ਤਰੀਕੇ ਨਾਲ? ਯੈਸ, ਮੈਂ ਕੁਝ ਪਲਾਨ ਕਰ ਰਿਹਾ ਨਵਦੀਪ ਜੀ ਬੜੀ ਜਲਦੀ, ਜਿਹਦੇ ਵਿੱਚ ਮੈਂ ਸੋਚ ਰਿਹਾ ਕਿ ਮੈਂ ਇੱਕ ਫਾਈਨੈਂਸ਼ੀਅਲ ਲਿਟਰੇਸੀ ਕਮਿਊਨਿਟੀ ਬਣਾਵਾਂ। ਓਕੇ, ਇਹ ਜਿਹੜੀ ਫਾਈਨੈਂਸ਼ੀਅਲ ਲਿਟਰੇਸੀ ਕਮਿਊਨਿਟੀ ਹੈ, ਇਹਦੇ ਪਿੱਛੇ ਮੇਰਾ ਕੋਈ ਮੋਨੀਟਰੀ ਬੈਨੀਫਿਟ ਨਹੀਂ ਹੋਏਗਾ, ਟੂ ਬੀ ਵੈਰੀ ਓਨੈਸਟ। ਓਕੇ, ਰਾਈਟ, ਆਈ ਵਾਂਟ ਟੂ ਹੈਲਪ ਆਊਟ ਆਲ ਦ ਮਾਸਿਸ, ਚਾਹੇ ਉਹ ਸਟੂਡੈਂਟ ਹੈ, ਚਾਹੇ ਯੰਗ ਪ੍ਰੋਫੈਸ਼ਨਲ ਨੇ, ਚਾਹੇ ਰਿਟਾਇਰਮੈਂਟ ਕੈਟੇਗਰੀ ਹੈ, ਚਾਹੇ ਕੋਈ ਵਰਕਿੰਗ ਪ੍ਰੋਫੈਸ਼ਨਲ ਕੈਟੇਗਰੀ ਹੈ। ਉਹਨਾਂ ਲਈ ਮੈਂ ਬਹੁਤ ਜਲਦੀ ਥਰੂ ਦਿਸ ਕਮਿਊਨਿਟੀ, ਜਿਸ ਤਰ੍ਹਾਂ ਮੈਂ ਕਿਹਾ ਕਿ ਮੈਨੂੰ WhatsApp 'ਚ ਪਿੰਗ ਕਰੋ ਤਾਂ ਆਈ ਬਿਲਡ ਕਮਿਊਨਿਟੀ, ਉਹਨਾਂ ਲਈ ਮੈਂ ਕੁਝ ਇੱਦਾਂ ਪਲਾਨ ਕਰ ਰਿਹਾ ਕਿ ਛੁੱਟੀ ਵਾਲੇ ਦਿਨ, ਸੰਡੇ ਵਾਲੇ ਦਿਨ ਮੈਂ ਅੱਧਾ ਘੰਟਾ ਲਊਂਗਾ ਉਹਨਾਂ ਦਾ ਆਨਲਾਈਨ ਤਰੀਕੇ ਨਾਲ, ਔਰ ਉਹਨਾਂ ਨੂੰ ਇਹ ਸਾਰੇ ਸੋਲੂਸ਼ਨਸ ਦੇਣ ਦੀ ਕੋਸ਼ਿਸ਼ ਕਰੂੰਗਾ। ਓਕੇ, ਐਟ ਫ੍ਰੀ ਆਫ ਕਾਸਟ। ਕਿਆ ਬਾਤ ਹੈ ਜੀ, ਦੈਟਸ ਰੀਲੀ ਨਾਈਸ। ਐਂਡ ਆਈ ਥਿੰਕ ਇੱਥੇ ਵੀ ਤੁਸੀਂ ਜੋ ਆਪਣਾ ਟਾਈਮ ਦਿੱਤਾ ਸਾਡੇ ਪੋਡਕਾਸਟ ਨੂੰ ਤੇ ਇੰਨੀ ਵਧੀਆ ਐਜੂਕੇਸ਼ਨ ਦੇ ਨਾਲ, ਤੇ ਇਹ ਵੀ ਬਹੁਤ ਜ਼ਿਆਦਾ ਐਪਰੀਸ਼ੀਏਟੇਬਲ ਹੈ ਤੇ ਬਹੁਤ ਸ਼ੁਕਰੀਆ ਸਾਡੇ ਪੋਡਕਾਸਟ ਆਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਥੈਂਕ ਯੂ ਸੋ ਮਚ।